ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੇਰਾ ਨਾਮ ਜਤਿੰਦਰ ਸਿੰਘ ਖਹਿਰਾ। ਮੈਂ ਹਾਂ ਬरुण ਕੌਰ ਮਾਨ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਮੁੱਦਾ। ਜਦੋਂ ਮੁੱਦੇ ਦੀ ਗੱਲ ਕਰਦੇ ਹਾਂ ਤੇ ਪੰਜਾਬੀਆਂ ਲਈ ਇੱਕ ਮੁੱਦਾ ਜਿਹੜਾ ਹੈ ਅੱਜ ਕੱਲ੍ਹ ਭਖਿਆ ਹੋਇਆ ਉਹ ਹੈ ਕਿਸਾਨੀ ਅੰਦੋਲਨ। ਬरुण, ਜਦੋਂ ਵੀ ਅਸੀਂ ਗੱਲ ਕਰ ਰਹੇ ਹਾਂ ਕਿਸਾਨਾਂ ਦੀ ਜਾਂ ਕਿਸਾਨੀਆਂ ਦੀ ਤੇ 26 ਜਨਵਰੀ ਅਹਿਮ ਦਿਨ ਹੈ ਔਰ ਹੁਣੇ ਇੱਕ ਖਬਰ ਆ ਰਹੀ ਹੈ ਕਿ 26 ਜਨਵਰੀ ਲਈ ਜਿਹੜੀ ਇੱਕ ਪਰਮਿਸ਼ਨ ਸੀ ਦਿੱਲੀ ਪੁਲਿਸ ਵੱਲੋਂ ਉਹ ਤੇ ਮਿਲ ਚੁੱਕੀ ਹੈ, ਪਰ ਹੁਣ ਰੂਟ ਨੂੰ ਲੈ ਕੇ ਜਿਹੜਾ ਹੈ ਬਹੁਤ ਤਰ੍ਹਾਂ ਦੇ ਮਤਭੇਦ ਪਾਏ ਜਾਂਦੇ ਨੇ। ਇੱਕ ਸੰਯੁਕਤ ਮੋਰਚੇ ਦੇ ਨਾਲ ਹੁਣੇ ਮੀਟਿੰਗ ਹੋਈ ਹੈ, ਉਸ ਤੋਂ ਬਾਅਦ ਹੁਣ ਰੂਟ ਜਿਹੜਾ ਹੈ ਉਹ ਕੀ ਫਾਈਨਲ ਹੁੰਦਾ ਹੈ ਇਹ ਸ਼ਾਇਦ ਸ਼ਾਮ ਤੱਕ ਅੱਜ ਪਤਾ ਲੱਗਦਾ ਹੈ, ਕਿਉਂਕਿ ਇਹ ਰੂਟ ਹੀ ਹੈ ਇਹ ਦੱਸੇਗਾ ਕਿ ਇਹ ਪਰੇਡ ਜਿਹੜੀ ਹੈ ਕਿਸ ਨੁਹਾਰ ਦੇ ਉੱਤੇ, ਕਿਸ ਮੋੜ ਦੇ ਉੱਤੇ ਔਰ ਦਿੱਲੀ ਦੇ ਕਿਸ ਪਾਸੇ ਵੱਲ ਜਾਣੀ ਹੈ। ਖਬਰਾਂ ਇਹ ਸੀ ਕਿ 60 ਕਿਲੋਮੀਟਰ ਦਾ ਜਿਹੜਾ ਦਾਇਰਾ ਸੀਗਾ ਉਹਨਾਂ ਨੇ ਕਿਹਾ ਕਿ ਕਵਰ ਕਰ ਲਓ। ਪ੍ਰਸਤਾਵਨ ਦਿੱਤੇ ਗਏ ਦਿੱਲੀ ਪੁਲਿਸ ਵੱਲੋਂ ਕਿ ਤੁਸੀਂ ਥੋੜੇ ਬੰਦੇ ਜਿਹੜੇ ਹੈ ਜਾਂ ਥੋੜੇ ਟਰੈਕਟਰ ਜਿਹੜੇ ਆ ਉਹ ਲੈ ਆਓ, ਪਰ ਕਿਸਾਨ ਜਿਹੜੇ ਨੇ ਉਹ ਲਗਾਤਾਰ ਇਹ ਕਹਿ ਰਹੇ ਨੇ ਕਿ ਥੋੜੇ ਟਰੈਕਟਰ ਜਿਹੜੇ ਆ ਉਹ ਲਿਆਉਣਾ ਪੋਸੀਬਲ ਨਹੀਂ ਹੈ, ਕਿਉਂਕਿ ਇਹ ਪਰੇਡ ਜਿਹੜੀ ਹੈ 24 ਘੰਟੇ ਚੱਲਣੀ ਹੈ। ਇਹਦੇ ਲਈ ਖਾਣ ਪੀਣ ਲਈ ਅਰੇਂਜਮੈਂਟ ਕਰਨੇ ਹੈ ਔਰ ਜਿਹੜਾ ਰਸਤਾ ਕਲੀਅਰ ਕਰਾਉਣਾ ਹੈ ਉਹਦੇ ਲਈ ਵੀ ਅਰੇਂਜਮੈਂਟ ਕਰਨੇ ਹੈ। ਸੋ ਜਿੰਨੀ ਜਲਦੀ ਸਾਨੂੰ ਜਿਹੜਾ ਹੈ ਇੱਕ ਫੋਕਸ ਜਾਂ ਇਹਨੂੰ ਬਲੂ ਮੈਪ ਜਿਹੜਾ ਮਿਲੇਗਾ ਉਨੀ ਜਲਦੀ ਜਿਹੜਾ ਹੈ ਉੱਤੇ ਇੱਕ ਚੰਗੇ ਤਰੀਕੇ ਨਾਲ ਕੰਮ ਕੀਤਾ ਜਾਊਗਾ। ਜੀ, ਸਵੇਰੇ ਖਬਰ ਆ ਰਹੀ ਸੀ ਕਿ ਕਰਨਾਲ ਦੇ ਕੋਲ ਕਾਫੀ ਜ਼ਿਆਦਾ ਤਾਦਾਦ ਦੇ ਵਿੱਚ ਜਿਹੜੇ ਟਰੈਕਟਰ ਹਨ ਔਰ ਪਹੁੰਚ ਚੁੱਕੇ ਨੇ ਤੇ ਪੰਜਾਬ ਤੋਂ ਜਿਹੜਾ ਕਾਫਲਾ ਹੈ ਟਰੈਕਟਰ ਟਰਾਲੀਆਂ ਦਾ, ਈਵਨ ਲੋਕ ਗੱਡੀਆਂ ਦੇ ਵਿੱਚ ਵੀ ਕਾਫੀ ਜ਼ਿਆਦਾ ਦਿੱਲੀ ਵੱਲ ਜਾ ਰਹੇ ਨੇ। ਇੱਕ ਜਿਹੜੀ ਤਸਵੀਰ ਹੈ ਉਹ ਬੜੀ ਜ਼ਿਆਦਾ ਵਾਇਰਲ ਹੋ ਰਹੀ ਹੈ ਔਰ ਵੀਡੀਓਜ਼ ਵੀ ਉਦੋਂ ਦੀਆਂ ਕਾਫੀ ਜ਼ਿਆਦਾ ਸਾਹਮਣੇ ਆ ਰਹੀਆਂ ਨੇ ਕਿ ਟਰਾਲੀਜ਼ ਦੇ ਉੱਪਰ ਟਰੈਕਟਰ ਨੂੰ ਰੱਖ ਕੇ ਸਪੈਸ਼ਲ ਦਿੱਲੀ ਲੈ ਕੇ ਜਾਇਆ ਜਾ ਰਿਹਾ ਹੈ ਤਾਂ ਜੋ ਉੱਥੇ ਜਿਹੜੇ ਲੋਕ ਨੇ ਉਹ ਵੀ ਉਹਨਾਂ ਟਰੈਕਟਰਾਂ ਦੇ ਉੱਤੇ ਬੈਠ ਕੇ ਇਸ ਮਾਰਚ ਦਾ ਹਿੱਸਾ ਬਣ ਸਕਣ। ਜਿਸ ਤਰੀਕੇ ਦੇ ਨਾਲ ਲੋਕ ਦਿੱਲੀ ਵੱਲ ਜਾ ਰਹੇ ਨੇ, ਦਿਨੋਂ ਦਿਨ ਇਹ ਜਿਹੜਾ ਅੰਦੋਲਨ ਹੈ ਵੱਧਦਾ ਜਾ ਰਿਹਾ ਹੈ, ਪਰ 26 ਤਰੀਕ ਦਾ ਜਿਹੜਾ ਦਿਨ ਹੈ ਉਹ ਇੱਕ ਵੱਖਰਾ ਹੀ ਇਤਿਹਾਸਕ ਦਿਨ ਹੋਏਗਾ, ਕਿਉਂਕਿ ਇੱਕ ਪਾਸੇ ਜਿੱਥੇ ਲਾਲ ਕਿਲੇ ਦੇ ਉੱਤੇ ਦੇਸ਼ ਦਾ ਤਿਰੰਗਾ ਜਿਹੜਾ ਲਹਿਰਾਇਆ ਜਾਵੇਗਾ, ਉੱਥੇ ਨਾਲ ਦੇ ਨਾਲ ਕਿਸਾਨ ਅੰਦੋਲਨ ਜਿਹੜਾ ਹੈ 26 ਤਰੀਕ ਨੂੰ ਇੱਕ ਵੱਖਰੀ ਪਰੇਡ ਦਾ ਹਿੱਸਾ ਬਣੇਗਾ ਔਰ ਇਹ ਵੱਖਰੀ ਜਿਹੜੀ ਪਰੇਡ ਕੱਢੀ ਜਾਏਗੀ ਇਸ ਦੇ ਵਿੱਚ ਤਿਰੰਗਾ ਵੀ ਲਹਿਰਾਇਆ ਜਾਵੇਗਾ ਤੇ ਨਾਲ ਦੇ ਨਾਲ ਜਿਹੜਾ ਕਿਸਾਨੀ ਝੰਡਾ ਹੈ ਉਹ ਵੀ ਝੂਲੇਗਾ। ਹਰ ਟਰੈਕਟਰ ਦੇ ਉੱਤੇ ਹਰ ਇਨਸਾਨ ਜਿਹੜਾ ਹੈ ਇਸ ਅੰਦੋਲਨ ਦੇ ਵਿੱਚ ਵੱਧ ਚੜ ਕੇ ਹਿੱਸਾ ਸ਼ੁਰੂ ਤੋਂ ਹੀ ਲੈਣ ਦੇ ਵਿੱਚ ਇੱਛੁਕ ਹੈ। ਬਹੁਤ ਸਾਰੇ ਲੋਕ ਹੈ ਜਿਹੜੇ ਮਜਬੂਰੀਆਂ ਕਰਕੇ ਬੇਸ਼ੱਕ ਦਿੱਲੀ ਨਹੀਂ ਜਾ ਪਾਏ, ਪਰ ਉਹ ਇੱਥੇ ਨਹੀਂ, ਵਿਦੇਸ਼ਾਂ 'ਚ ਬੈਠੇ ਹੋਏ ਨੇ ਜਾਂ ਕਿਤੇ ਵੀ ਨੇ, ਕਿਤੇ ਸਿੱਧੇ ਨਹੀਂ ਤਾਂ ਸਿੱਧੇ ਤੌਰ ਤੇ ਇਸ ਅੰਦੋਲਨ ਦੇ ਵਿੱਚ ਆਪਣਾ ਹਿੱਸਾ ਜ਼ਰੂਰ ਪਾ ਰਹੇ ਨੇ। ਤੇ ਜਦੋਂ ਗੱਲ ਆਉਂਦੀ ਹੈ 26 ਜਨਵਰੀ ਦੀ ਤਾਂ ਦੇਖਣ ਵਿੱਚ ਇਹ ਵੀ ਆਇਆ ਹੈ ਕਿ ਲੋਕਾਂ ਨੇ ਦਫ਼ਤਰਾਂ ਤੋਂ ਛੁੱਟੀਆਂ ਲੈ ਲਈਆਂ ਔਰ ਕੁਝ ਲੋਕ ਜਿਹੜੇ ਨੇ ਕਈ ਦਿਨ ਪਹਿਲਾਂ ਦਿੱਲੀ ਚਲੇ ਗਏ, ਕਿਤੇ ਬਾਅਦ ਦੇ ਵਿੱਚ ਰਸਤੇ ਜਿਹੜੇ ਹੈ ਉਹ ਨਾ ਬਲੌਕ ਹੋ ਜਾਣ। ਪਰ ਹੁਣ ਜਦੋਂ ਇੱਕ ਵਾਰੀ ਰੂਟ ਕਲੀਅਰ ਹੋ ਜਾਂਦਾ ਹੈ, ਮੈਪ ਕਲੀਅਰ ਹੋ ਜਾਂਦਾ ਹੈ ਤਾਂ ਇਹ ਬਿਲਕੁਲ ਯਕੀਨੀ ਦਿਵਾਇਆ ਗਿਆ ਹੈ ਕਿ ਬਹੁਤ ਹੀ ਸ਼ਾਂਤਮਈ ਪਰੇਡ ਹੈ ਜਿਹੜੀ ਇਹ ਕੀਤੀ ਜਾਏਗੀ। ਵਾਕਈ ਬरुण, ਸ਼ਾਂਤਮਈ ਤਾਂ ਉਹਨਾਂ ਨੇ ਕਹਿ ਦਿੱਤਾ, ਕਿਉਂਕਿ ਸੰਯੁਕਤ ਮੋਰਚੇ ਦੇ ਜਿੰਨੇ ਵੀ 7 ਮੈਂਬਰ ਸੀ ਉਹਨਾਂ ਨੇ ਜਦੋਂ ਮੀਟਿੰਗ ਕੀਤੀ ਕਿ ਕਹਿੰਦੇ ਤੁਸੀਂ ਇਸ ਗੱਲ ਦੀ ਪਰਵਾਹ ਨਾ ਕਰਿਓ ਕਿ ਅਸੀਂ ਇਹਨੂੰ ਅਸ਼ਾਂਤਮਈ ਬਣਾਵਾਂਗੇ, ਅਸੀਂ ਬਿਲਕੁਲ ਸ਼ਾਂਤਮਈ ਜਾਵਾਂਗੇ। ਪਰ ਜਦ ਤੁਸੀਂ 26 ਜਨਵਰੀ ਦੀ ਗੱਲ ਕਰਦੇ ਹੋ, ਇਹ ਕਿਉਂ ਇੰਪੋਰਟੈਂਟ ਇੰਨਾ ਹੈ, ਕਿਉਂ ਖਾਸ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਕਿਉਂ ਇੰਪੋਰਟੈਂਟ ਹੈ? ਕਿਉਂਕਿ ਗਣਤੰਤਰ ਦਿਵਸ ਇੱਕ ਅਜਿਹਾ ਦਿਨ ਹੈ ਜਿਸ ਦਿਨ ਸਾਡੇ ਭਾਰਤ ਦਾ ਸੰਵਿਧਾਨ ਲਾਗੂ ਹੁੰਦਾ ਹੈ, ਸਾਡੇ ਹੱਕਾਂ ਦੀ ਗੱਲ ਹੁੰਦੀ ਹੈ, ਸਾਡੀ ਡਿਊਟੀਜ਼ ਦੀ ਗੱਲ ਹੁੰਦੀ ਹੈ ਔਰ ਵੱਖਰੇ ਵੱਖਰੇ ਅਧਿਕਾਰ ਸਾਨੂੰ ਸਾਡਾ ਸੰਵਿਧਾਨ ਦਿੰਦਾ ਹੈ ਨਾ। ਚਾਹੇ ਉਹ ਵਿੱਦਿਆ ਦਾ ਅਧਿਕਾਰ ਹੈ, ਚਾਹੇ ਉਹ ਬੱਚਿਆਂ ਦੇ ਅਧਿਕਾਰਾਂ ਦੀ ਗੱਲ ਹੈ ਜਾਂ ਔਰਤਾਂ ਦੇ ਅਧਿਕਾਰਾਂ ਦੀ ਗੱਲ ਹੈ, ਸਾਡੇ ਵੋਟਿੰਗ ਰਾਈਟਸ ਦੀ ਵੀ ਗੱਲ ਵੱਖਰੀ ਆਉਂਦੀ ਹੈ। ਤੇ ਸਭ ਤੋਂ ਜਿਹੜੀ ਮੇਨ ਗੱਲ ਆਉਂਦੀ ਹੈ ਕਿਸਾਨ, ਸਾਡੀ ਜਿਹੜੀ ਆਪਣੀ ਜ਼ਮੀਨ ਹੈ, ਅਸੀਂ ਜਿਸ ਦੇ ਉੱਤੇ ਆਪਣੀ ਕਮਾਈ ਕਰਦੇ ਹਾਂ, ਜਿਸ ਦੇ ਦਿੱਤਾ ਅਸੀਂ ਖਾਂਦੇ ਹਾਂ, ਆਪਣੇ ਬੱਚੇ ਪੜ੍ਹਾਉਂਦੇ ਹਾਂ, ਤੇ ਜਦੋਂ ਆਪਣੇ ਅਧਿਕਾਰ ਦੱਬਦੇ ਹੋਏ ਦਿਖਾਈ ਦਿੱਤੇ ਗਏ ਤੇ ਉਹਨਾਂ ਨੇ ਫਿਰ ਉਹ ਦਿਨ ਚੁਣਿਆ 26 ਜਨਵਰੀ, ਜਿਸ ਦਿਨ ਸਾਡਾ ਸੰਵਿਧਾਨ ਜਿਹੜਾ ਸਾਨੂੰ ਸਾਡੇ ਅਧਿਕਾਰਾਂ ਦੇ ਲਈ ਅੱਗੇ ਲੈ ਕੇ ਆਉਂਦਾ ਹੈ, ਸਾਡੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਾਉਂਦਾ ਹੈ। ਤੇ ਜਦੋਂ ਸਾਡੇ ਅਧਿਕਾਰ ਦੱਬ ਰਹੇ ਨੇ ਉਸ ਤੋਂ ਵਧੀਆ ਦਿਨ ਕੋਈ ਹੋਰ ਹੋ ਹੀ ਨਹੀਂ ਸਕਦਾ ਸੀ। ਵਾਕਈ ਜਿਹੜਾ ਇਹ ਦਿਨ ਨੇ, ਇਹ ਜਿਹੜੇ 24, 25, 26 ਤਰੀਕ ਹੈ, ਇਹ ਦਿਨ ਬਹੁਤ ਅਹਿਮ ਨੇ। 24 ਇਸ ਲਈ ਅਹਿਮ ਹੈ ਕਿਉਂਕਿ ਅੱਜ ਦੇ ਦਿਨ ਜਿਹੜਾ ਸਾਡਾ ਨੈਸ਼ਨਲ ਐਂਥਮ ਸੀ ਜਨ ਗਣ ਮਨ, ਉਹ ਅੱਜ ਦੇ ਦਿਨ ਹੀ ਐਕਸੈਪਟ ਕੀਤਾ ਸੀ ਕਨਸਟੀਟਿਊਸ਼ਨ ਕਮੇਟੀ ਦੇ ਨੇ ਔਰ ਅੱਜ ਦੇ ਦਿਨ ਹੀ ਜਿਹੜੇ ਸਾਡੇ ਪਹਿਲੇ ਰਾਸ਼ਟਰਪਤੀ ਸੀ ਡਾਕਟਰ ਰਾਜਿੰਦਰ ਪ੍ਰਸਾਦ, ਉਹਨਾਂ ਦਾ ਚੈਨ ਹੋਇਆ ਸੀਗਾ ਕਨਸਟੀਟਿਊਸ਼ਨ ਕਮੇਟੀ ਦੇ ਵੱਲੋਂ। ਹੁਣ ਤੁਸੀਂ ਜਦੋਂ ਆਪਾਂ ਰਾਸ਼ਟਰ ਗੀਤ ਦੀ ਗੱਲ ਕਰਦੇ ਹਾਂ, ਰਾਸ਼ਟਰ ਐਂਥਮ ਦੀ ਗੱਲ ਕਰਦੇ ਹਾਂ, ਉਹ ਕਹਿੰਦਾ ਜੀ ਜਨ ਗਣ ਮਨ ਅਧਿਨਾਇਕ ਜਿਹਾ ਹੈ, ਭਾਰਤ ਭਾਗਯ ਵਿਧਾਤਾ, ਕਿ ਭਾਰਤ ਜਿਹੜਾ ਹੈ ਉਹ ਭਾਗਯ ਤੇ ਵਿਧਾਤਾ ਵੀ ਹੈ। ਪਰ ਇੱਥੇ ਦੇਖੋ ਇੱਕ ਮੇਨ ਅਕਸ ਸੀਗਾ, ਇੱਕ ਜਿਹੜੇ ਕਿਸਾਨੀ ਹੈ ਉਹ ਕੱਲਾ ਇੱਕ ਤਰੀਕੇ ਨਾਲ ਧੰਦਾ ਨਹੀਂ ਹੈ, ਇਹ ਪੰਜਾਬੀਆਂ ਦਾ ਲਾਈਫ ਸਟਾਈਲ ਹੈ ਜਾਂ ਹਰਿਆਣੇ ਵਾਲਿਆਂ ਦਾ ਲਾਈਫ ਸਟਾਈਲ ਹੈ, ਮੱਧ ਪ੍ਰਦੇਸ਼ ਵਾਲਿਆਂ ਦਾ ਲਾਈਫ ਸਟਾਈਲ ਹੈ, ਕੇਰਲਾ ਵਾਲਿਆਂ ਦਾ ਲਾਈਫ ਸਟਾਈਲ ਹੈ, ਕਿਉਂਕਿ ਤੁਹਾਡਾ ਪੂਰਾ ਟੱਬਰ ਜਿਹੜਾ ਹੈ ਕਿਸਾਨੀ ਦੇ ਨਾਲ ਜੁੜਿਆ ਹੁੰਦਾ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਡਾ ਪੂਰਾ ਪਰਿਵਾਰ ਜਿਹੜਾ ਹੈ ਉਹ ਕਿਸਾਨੀ ਚੱਲਦੀ ਰਹਿੰਦੀ ਹੈ। ਜੇ ਤੁਸੀਂ ਸਵੇਰੇ ਉੱਠਦੇ ਹੋ ਤਾਂ ਫਿਰ ਤੁਹਾਨੂੰ ਪਤਾ ਹੁੰਦਾ ਕਿ ਅੱਜ ਤੁਸੀਂ ਕਿਹੜਾ ਕੰਮ ਲਿਖਿਆ
ਔਰ ਸਰਕਾਰਾਂ ਇਸ ਚੀਜ਼ ਦੀ ਗਵਾਹ ਆ ਕਿ ਸਭ ਤੋਂ ਜ਼ਿਆਦਾ ਜੇ ਛੁਪੀ ਹੋਈ ਬੇਰੁਜ਼ਗਾਰੀ ਹੈ ਉਹ ਕਿਤੇ ਨਾ ਕਿਤੇ ਕਿਸਾਨੀ ਦੇ ਵਿੱਚ ਹੈ। ਹੁਣ ਡਿਕੇਡਸ ਹੋ ਗਏ ਨੇ, 20 ਸਾਲ 10 ਸਾਲ 30 ਸਾਲ 76 ਸਾਲ ਹੋ ਗਏ ਸਾਨੂੰ ਆਜ਼ਾਦ ਹੋਇਆਂ ਨੂੰ ਤਕਰੀਬਨ, ਪਰ ਫਿਰ ਵੀ ਕਿਤੇ ਨਾ ਕਿਸਾਨੀ ਨੂੰ ਜਿਹੜਾ ਹੈ ਉਹ ਇਹਨਾਂ ਨੇ ਫਰੰਟ ਦੇ ਉੱਤੇ ਕਿਉਂ ਨਹੀਂ ਲੈ ਕੇ ਆਂਦਾ। ਜਦੋਂ ਅਸੀਂ ਗੱਲ ਕਰਦੇ ਹਾਂ ਇੰਸ਼ੋਰੈਂਸ ਪਾਲਿਸੀਜ਼ ਦੀ, ਇੰਸ਼ੋਰੈਂਸ ਪਾਲਿਸੀਜ਼ ਜਿਹੜੀਆਂ ਨੇ ਉਹ ਬਣਤ ਗਈਆਂ, ਬਹੁਤ ਸਾਰੇ ਪੈਸੇ ਵੀ ਕੱਟ ਹੋਣ ਲੱਗ ਪਏ, ਪਰ ਕਿਸਾਨ ਨੂੰ ਅੱਜ ਤੱਕ ਵੀ ਪਤਾ ਨਹੀਂ ਲੱਗਾ ਕਿ ਛੋਟੇ ਕਿਸਾਨ ਨੂੰ ਕਦੋਂ ਇੰਸ਼ੋਰੈਂਸ ਪਾਲਿਸੀ ਜਿਹੜਾ ਉਹਦਾ ਕਲੇਮ ਮਿਲਿਆ। ਸੋ ਇਹ ਇੱਕ ਤਰੀਕੇ ਨਾਲ ਸਿੰਬੋਲਿਕ ਹੈ ਕਿ ਉਹ ਦਿਨ ਅਸੀਂ ਚੁਣ ਰਹੇ ਹਾਂ ਜਦੋਂ ਸਾਨੂੰ ਪਤਾ ਹੈ ਕਿ ਅੱਜ ਦੇ ਦਿਨ ਸਾਡਾ ਕਨਸਟੀਟਿਊਸ਼ਨ ਜਿਹੜਾ ਸੀ ਲਾਗੂ ਹੋਇਆ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ, ਪਰ ਜਦੋਂ ਸਭ ਤੋਂ ਵੱਡੇ ਲੋਕਤੰਤਰ ਦੇ ਵਿੱਚ ਲੋਕਾਂ ਦੇ ਨਾਲ ਧੱਕਾ ਹੁੰਦਾ ਹੈ ਨਾ, ਤਾਂ ਫਿਰ ਇੱਦਾਂ ਦੇ ਦਿਨ ਜਿਹੜੇ ਨੇ 26 ਜਨਵਰੀ ਵਰਗੇ ਦਿਨ ਜਿਹੜੇ ਨੇ ਇੱਕ ਬਹੁਤ ਅਹਿਮੀਅਤ ਰੱਖਦੇ ਨੇ। ਔਰ ਹਰ ਹਜੂਮ ਜਿਹੜਾ ਹੈ ਉੱਥੇ ਜਾ ਕੇ ਇਹੀ ਦੱਸਣਾ ਚਾਹੁੰਦਾ ਹੈ ਕਿ ਜੇ ਤੁਸੀਂ ਸਾਡੇ ਕਨਸਟੀਟਿਊਸ਼ਨ ਦੀ ਗੱਲ ਕਰਦੇ ਹੋ, ਇਹਨਾਂ ਨੂੰ ਨੈਸ਼ਨਲ ਡੇ ਤੱਕ ਮਨਾ ਰਹੇ ਹੋ, ਤਾਂ ਫਿਰ ਤੁਹਾਨੂੰ ਜਿਹੜਾ ਹੈ ਉਹਨਾਂ ਲੋਕਾਂ ਦੇ ਜਿਹੜੇ ਨੈਸ਼ਨਲ ਨੇ ਇਸ ਕੰਟਰੀ ਦੇ, ਉਹਨਾਂ ਦੇ ਹਿੱਤਾਂ ਦੇ ਬਾਰੇ ਵੀ ਸੋਚਣਾ ਚਾਹੀਦਾ ਹੈ। ਕਿਉਂਕਿ ਸੁਪਰੀਮ ਕੋਰਟ ਨੂੰ ਅਸੀਂ ਬਾਰ-ਬਾਰ ਕਹਿ ਰਹੇ ਸੀ ਕਿ ਸੁਪਰੀਮ ਕੋਰਟ ਨੇ ਆਹ ਕਰਤਾ, ਸੁਪਰੀਮ ਕੋਰਟ ਨੇ ਉਹ ਕਰਤਾ, ਕਿਤੇ ਨਾ ਕਿਤੇ ਸੁਪਰੀਮ ਕੋਰਟ ਨੇ ਇਸ ਵਾਰ ਆਪਣੀ ਸਾਖ ਬਚਾਉਣ ਦੇ ਲਈ ਇਹ ਕਹਿ ਦਿੱਤਾ ਕਿ ਮੈਂ ਜਿਹੜੀ ਹੈ ਇਹਦੇ ਵਿੱਚ ਦੇਖ ਰੇਖ ਨਹੀਂ ਕਰ ਸਕਦੀ, ਮੇਰੀ ਦਖਲ ਨਹੀਂ ਦੇਖ ਸਕਦੀ। ਉਹਨਾਂ ਨੇ ਦਿੱਲੀ ਪੁਲਿਸ ਨੂੰ ਕਹਿ ਦਿੱਤਾ ਕਿ ਹੁਣ ਮੈਨੂੰ ਦੱਸਣਾ ਪਊਗਾ ਕਿ ਤੁਹਾਡੇ ਕੀ ਅਧਿਕਾਰ ਨੇ। ਜਿਹੜੇ ਸਾਡੇ ਅਟਾਰਨੀ ਜਨਰਲ ਨੇ ਕੇ ਵੇਣੂਗੋਪਾਲ, ਉਹਨਾਂ ਨੇ ਲਗਾਤਾਰ ਕਿਹਾ ਕਿ ਤੁਸੀਂ ਜਿਹੜਾ ਹੈ ਇਹਦੇ ਵਿੱਚ ਦਖਲ ਦਿਓ, ਦਖਲ ਦੇਣ ਤੋਂ ਬਾਅਦ ਤੁਸੀਂ ਕੋਈ ਹੱਲ ਕੱਢ ਦੋਗੇ। ਇਸੇ ਕਰਕੇ ਉਹਨਾਂ ਨੇ ਕਹਿ ਦਿੱਤਾ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜੇ ਹੁਣ ਅਸੀਂ ਦਖਲ ਦੇਵਾਂਗੇ ਪਹਿਲਾਂ ਹੀ ਸਾਡੀ ਬਹੁਤ ਤੋਏ ਹੋ ਗਈ ਹੈ। ਇਹਨਾਂ ਵੱਲੋਂ ਬਣਾਈ ਗਈ ਕਮੇਟੀ ਜਿਹਦੇ ਵਿੱਚ ਜਿਹੜੇ 4 ਮੈਂਬਰ ਸੀਗੇ, ਉਹਨਾਂ ਦੇ ਵਿੱਚੋਂ 1 ਮੈਂਬਰ ਤਾਂ ਚਲਾ ਗਿਆ। ਜਦੋਂ ਉਹਨਾਂ ਦੀ ਕਮੇਟੀ 1 ਮੈਂਬਰ ਚਲਾ ਜਾਏ ਤਾਂ ਫਿਰ ਪਤਾ ਲੱਗ ਜਾਂਦਾ ਹੈ ਪਲੜਾ ਕਿਹੜਾ ਭਾਰੀ ਹੈ। ਇਸ ਲਈ ਤਾਂ ਫਿਰ ਇਹਨਾਂ ਨੇ ਕਨਸਟੀਟਿਊਸ਼ਨ ਕਮੇਟੀ ਦੇ ਉੱਤੇ ਇਹ ਕਹਿ ਦਿੱਤਾ ਕਿ ਬਈ ਜੇ ਕਮੇਟੀ ਨੂੰ ਅਸੀਂ ਇਹ ਨਹੀਂ ਸੀ ਕਿਹਾ ਵੀ ਉਹਨੇ ਕੋਈ ਹੱਲ ਕੱਢ ਕੇ ਦੇਣਾ ਹੈ ਔਰ ਜੋ ਹੱਲ ਕੱਢਦੀ ਤੁਹਾਡੇ ਤੇ ਐਂ ਦਾ ਐਂ ਲਾਗੂ ਹੋ ਜਾਣਾ ਹੈ। ਅਸੀਂ ਗੱਲ ਕੀਤੀ ਸੀ ਕਿ ਕਮੇਟੀ ਜਿਹੜੀ ਹੈ ਉਹ ਇੱਕ ਤਰੀਕੇ ਨਾਲ ਆਪਣੀ ਰਿਪੋਰਟ ਤਿਆਰ ਕਰੂਗੀ ਔਰ ਰਿਪੋਰਟ ਤਿਆਰ ਕਰਨ ਤੋਂ ਬਾਅਦ ਉਹਦੀ ਰეკਮੈਂਡੇਸ਼ਨ ਜਿਹੜੀ ਉਹ ਸਾਡੇ ਕੋਲ ਆਊਗੀ, ਉਹਦੇ ਸੁਣਵਾਈ ਕਰਾਂਗੇ, ਫਿਰ ਕੋਈ ਹੱਲ ਕੱਢਾਂਗੇ। ਸੋ ਸੁਪਰੀਮ ਕੋਰਟ ਇੱਕ ਤਰੀਕੇ ਦੇ ਨਾਲ ਉਹੀ ਗੱਲਾਂ ਕਰ ਰਹੀ ਸੀ ਜਿਹੜੀ ਹੁਣ ਸਰਕਾਰ ਕਹਿ ਰਹੀ ਹੈ ਕਿ ਅਸੀਂ 18 ਮਹੀਨਿਆਂ ਦੀ ਰੋਕ ਲਾ ਲਾਂਗੇ, ਤੁਸੀਂ ਉਸ ਤੋਂ ਬਾਅਦ ਦੇਖ ਲਓ ਕਿ ਤੁਸੀਂ ਮੰਨਣਾ ਹੈ ਕਿ ਨਹੀਂ ਮੰਨਣਾ। ਕੱਲ੍ਹ ਦੀ ਜਦੋਂ ਪਿਛਲੀ ਮੀਟਿੰਗ ਹੋਈ ਹੈ, 11ਵੇਂ ਗੇੜ ਦੀ ਮੀਟਿੰਗ ਹੋਈ ਹੈ, ਉਹਨਾਂ ਨੇ ਲਗਾਤਾਰ ਕਿਹਾ ਜੀ ਸੋਧਾਂ ਉੱਤੇ ਗੱਲ ਕਰਨੀ ਹੈ ਜਾਂ ਫਿਰ ਇਹ ਪ੍ਰਪੋਜ਼ਲ ਦੇ ਉੱਤੇ ਗੱਲ ਕਰਨੀ ਹੈ ਤੇ ਆ ਜਾਓ। ਇਹਨਾਂ ਨੇ ਵੀ ਠੋਕ ਕੇ ਜਵਾਬ ਦਿੱਤਾ, ਕਹਿੰਦੇ ਜੀ ਅਸੀਂ ਤਾਂ ਰੀਪੀਲ ਦੇ ਉੱਤੇ ਗੱਲ ਕਰਨੀ ਹੈ, ਜੇ ਤੁਹਾਨੂੰ ਮਨਜ਼ੂਰ ਹੈ ਤੇ ਕਰ ਲਓ, ਨਹੀਂ ਤੇ ਨਾ ਕਰੋ। ਸੋ ਇੱਕ ਤਰੀਕੇ ਨਾਲ 26 ਜਨਵਰੀ ਉਹ ਦਿਨ ਹੈ ਜਿਸ ਦਿਨ ਕਨਸਟੀਟਿਊਸ਼ਨ ਜਿਹੜਾ ਹੈ, ਸੰਵਿਧਾਨ ਜਿਹੜਾ ਹੈ, ਉਹਦੇ ਉੱਤੇ ਜਿਹੜਾ ਪਹਿਰਾ ਦੇਣ ਦੀ ਲੋੜ ਹੈ। ਅਸੀਂ ਕਹਿੰਦੇ ਸਾਡਾ ਨੈਸ਼ਨਲ ਡੇ ਹੈ, ਉਹ ਕਾਹਦਾ ਨੈਸ਼ਨਲ ਡੇ ਜਿੱਥੇ ਤੁਸੀਂ ਨੈਸ਼ਨਲ ਦੀ ਕਦਰ ਹੀ ਨਹੀਂ ਕਰਦੇ, ਨੈਸ਼ਨਲਿਸਟ ਦੀ ਕਦਰ ਨਹੀਂ ਕਰਦੇ, ਤੁਹਾਨੂੰ ਪਤਾ ਹੀ ਨਹੀਂ ਹੈ ਕਿ ਉਹਨਾਂ ਦੇ ਹੱਕ ਜਿਹੜੇ ਨੇ ਉਹਨਾਂ ਨੂੰ ਅਸੀਂ ਕਿਵੇਂ ਪ੍ਰੋਟੈਕਟ ਕਰਨਾ ਹੈ। ਸੋ ਜਿਸ ਕੰਟਰੀ ਦੇ ਵਿੱਚ ਇੱਕ ਇੰਟਰਨਲ ਪਬਲਿਕ ਜਿਹੜੀ ਹੈ, ਤੁਹਾਡੀ ਆਪਣਾ ਆਵਾਮ ਜਿਹੜਾ ਖੁਸ਼ ਨਹੀਂ ਹੈ, ਤਾਂ ਉਹਨਾਂ ਦੇ ਨੈਸ਼ਨਲ ਡੇ ਦਾ ਸ਼ਾਇਦ ਇੱਕ ਤਰੀਕੇ ਦੇ ਨਾਲ ਸਵਾਲ ਉੱਠਦਾ ਉਹਦੇ ਉੱਤੇ ਬਹੁਤ ਵੱਡਾ। ਹਲੇ 26 ਜਨਵਰੀ ਨੂੰ 2 ਦਿਨ ਹਨ ਔਰ ਜਿਸ ਤਰੀਕੇ ਦੇ ਨਾਲ ਲੋਕ ਉੱਥੇ ਪਹੁੰਚ ਗਏ ਆ, ਮੈਨੂੰ ਤਾਂ ਹੁਣ ਤੋਂ ਹੀ 26 ਜਨਵਰੀ ਵਾਲੀ ਫੀਲਿੰਗ ਆਉਣ ਲੱਗ ਗਈ ਹੈ। ਜਿਹੜਾ ਇਹ ਅੰਦੋਲਨ ਹੈ ਉਸ ਨੂੰ ਬਿਖੇਰਨ ਦੇ ਲਈ ਬਹੁਤ ਸਾਰੇ ਦਾਅ ਪੇਸ਼ ਲਗਾਏ ਜਾ ਰਹੇ ਨੇ। ਉਹਨਾਂ ਦੇ ਵਿੱਚੋਂ ਇੱਕ ਇਹ ਵੀ ਹੈ ਕਿ ਜਿਹੜੇ ਕਾਨੂੰਨ ਇਹਨਾਂ ਨੂੰ ਕੁਝ ਮਹੀਨਿਆਂ ਦੇ ਲਈ ਹੋਲਡ ਤੇ ਰੱਖ ਦਿੰਦੇ ਆ, ਨਹੀਂ ਲਾਗੂ ਕਰਦੇ, ਤਾਂ ਜੋ ਲੋਕ ਆਪਣੇ ਆਪਣੇ ਘਰਾਂ ਨੂੰ ਚਲੇ ਜਾਣ ਔਰ ਅੰਦੋਲਨ ਬਿਖਰ ਜਾਵੇ। ਅੰਦੋਲਨ ਇੱਕ ਵਾਰੀ ਬਿਖਰ ਗਿਆ, ਇਹਨਾਂ ਨੂੰ ਵੀ ਕਿਤੇ ਨਾ ਕਿਤੇ ਦਿਮਾਗ 'ਚ ਇਹ ਹੋਏਗਾ ਕਿ ਮੁੜ ਕੇ ਲੋਕਾਂ ਦੇ ਆਵਾਮ ਜਿਹੜੀ ਹੈ ਉਸਨੂੰ ਇਕੱਠਾ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ਹੋਏਗਾ, ਕਿਉਂਕਿ ਹੁਣ ਲੋਕ ਉੱਥੇ ਬਸੇਰਾ ਰੱਖ ਚੁੱਕੇ ਨੇ, ਆਪਣਾ ਸਾਰਾ ਸਾਜੋ ਸਮਾਨ ਸਾਰਾ ਉੱਥੇ ਲੈ ਕੇ ਜਾ ਚੁੱਕੇ ਨੇ, ਹਨਾ। ਔਰ ਤੁਸੀਂ ਦੇਖਿਆ ਹੋਣਾ ਸਟੇਜਾਂ ਦੇ ਉੱਤੇ ਵੱਖਰੇ ਵੱਖਰੇ ਤਰੀਕੇ ਦੇ ਨਾਲ ਕੋਈ ਕਿਤੇੋਂ ਆ ਕੇ ਭਾਸ਼ਣ ਦਿੰਦਾ ਹੈ, ਕੋਈ ਕਿਤੇੋਂ ਆ ਕੇ ਦਿੰਦਾ ਹੈ। ਇੱਕ ਗਿੱਧੇ ਦੀ ਟੀਮ ਮੈਂ ਦੇਖ ਰਹੀ ਸੀ ਜੋ ਪੰਜਾਬ ਦੇ ਮਰਦ ਹਨ, ਨੂਰ ਆਰਟਸ ਵਾਲੇ, ਉਹ ਕਿਸ ਤਰੀਕੇ ਦੇ ਨਾਲ ਕੱਲ ਉੱਥੇ ਪਹੁੰਚੇ ਔਰ ਉਹਨਾਂ ਨੇ ਬੋਲੀਆਂ ਪਾਈਆਂ ਸਟੇਜ ਦੇ ਉੱਤੇ, ਹਨਾ। ਕਿਉਂਕਿ ਲੋਕ ਇੰਨੇ ਨੇ ਤਰੀਕੇ ਦੇ ਨਾਲ ਜੁੜ ਗਏ, ਹਰ ਤਰੀਕੇ ਦਾ ਬੰਦਾ ਉੱਥੇ ਪਹੁੰਚ ਕੇ ਆਪਣੇ ਜਿਹੜੇ ਵਿਚਾਰ ਹੈ ਉਹ ਪੇਸ਼ ਕਰ ਰਿਹਾ ਹੈ। ਤੇ 26 ਜਨਵਰੀ ਦੇ ਦਿਨ ਤਾਂ ਬਹੁਤ ਸਾਰੇ ਲੋਕ ਉੱਥੇ ਇਹ ਸੋਚ ਕੇ ਪਹੁੰਚ ਰਹੇ ਹੈ ਕਿ ਇਹ ਮੇਰਾ ਅੰਦੋਲਨ ਹੈ, ਨਾ ਕਿ ਇਹ ਤੇਰਾ ਅੰਦੋਲਨ ਹੈ। ਜਦੋਂ ਇਹ ਚੀਜ਼ ਆ ਜਾਂਦੀ ਨਾ, ਆਪਾਂ ਆਮ ਤੌਰ ਤੇ ਵੀ ਦੇਖਣ ਚ ਆਉਂਦਾ, ਆਪਣੇ ਦਿਮਾਗ 'ਚ ਕਈ ਵਾਰੀ ਗੱਲਾਂ ਆਉਂਦੀਆਂ, ਮੈਂ ਕੀ ਸੁਧਾਰਾਂ ਸਮਾਜ ਨੂੰ, ਫਲਾਨਾ ਕਰੇ, ਤੂੰ ਕਰ, ਉਹਦਾ ਕੰਮ ਆ ਫਲਾਨਾ ਸਫਾਈ ਨਹੀਂ ਰੱਖਦਾ, ਆ ਫਲਾਨਾ ਇਦਾਂ ਨਹੀਂ ਕਰਦਾ। ਹੁਣ ਇੱਥੇ ਫਲਾਨੇ ਵਾਲੀ ਗੱਲ ਰਹਿ ਹੀ ਨਹੀਂ ਗਈ, ਹਰੇਕ ਬੰਦੇ ਨੂੰ ਇਹ ਹੋ ਗਿਆ ਇਹ ਮੇਰਾ ਕੰਮ ਆ। ਜਿਸ ਤਰੀਕੇ ਦੇ ਨਾਲ ਟਰੈਕਟਰ ਬਣ ਚੁੱਕੇ ਆ, ਔਰ ਦੇਖੋ ਕੱਲ ਕਿਸ ਤਰੀਕੇ ਦੇ ਨਾਲ ਜਿਹੜੀ ਪੁਲਿਸ ਹੈ ਉੱਥੇ ਹਰਿਆਣੇ ਤੇ ਦਿੱਲੀ ਦੀ, ਉਹਨਾਂ ਨੇ ਬੈਰੀਗੇਡਸ ਲਗਾਏ ਗਏ ਔਰ ਜਿਹੜੀ ਪਰੇਡ ਨਿਕਲਣੀ ਹੈ 26 ਤਰੀਕ ਨੂੰ, ਉਸ ਦੇ ਲਈ ਟਰੈਕਟਰ ਜਿਹੜੇ ਨੇ ਦਿੱਲੀ ਵੱਲ ਨਾ ਪਹੁੰਚ ਸਕਣ, ਪਹਿਲਾਂ ਹੀ ਰਾਤ ਦੇ ਵਿੱਚ ਇੰਨੇ ਜ਼ਿਆਦਾ ਅੜਿੱਕੇ ਲਾਏ ਗਏ। ਦੇਖੋ ਹੁਣ ਜਦੋਂ ਸਹਿਮਤੀ ਹੋ ਜਾਂਦੀ ਹੈ ਕਿ ਜਿਹੜੀ ਇਹ ਪਰੇਡ ਹੈ ਕੱਢੀ ਜਾ ਸਕਦੀ ਹੈ ਕਿਸਾਨਾਂ ਦੇ ਵੱਲੋਂ, ਕਿੰਨੀ ਸ਼ਰਮ ਦੀ ਗੱਲ ਹੈ ਨਾ। ਪਹਿਲਾਂ ਆਪ ਹੀ ਬੈਰੀਗੇਡ ਲਾਏ ਪੁਲਿਸ ਨੇ, ਹੁਣ ਆਪ ਹੀ ਚੱਕਣੇ ਆ। ਮਤਲਬ ਕਿ ਜ਼ਰੂਰਤ ਕੀ ਸੀ ਉਹਨਾਂ ਨੂੰ ਲਗਾਉਣ ਦੀ ਉਹ ਚੀਜ਼ਾਂ, ਮਤਲਬ ਕਿ ਉਹ ਇੰਨੇ ਬੁਖਲਾ ਗਏ ਨੇ, ਇੰਨੇ ਡਰ ਗਏ ਨੇ।
ਸੀ ਦੇਖੋ, ਜਦੋਂ ਆਪਾਂ ਗੱਲ ਕਰਦੇ ਹਾਂ ਕਿ ਇਹ ਪੁਲਿਸ ਜਿਹੜੀ ਹੈ ਉਹਨੇ ਬੈਰੀਗੇਡਿੰਗ ਕਰ ਦਿੱਤੀ ਹੈ। ਕੱਲ ਵੈਸੇ ਦਿੱਲੀ ਦੇ ਉੱਤੇ ਇੱਕ ਬਹੁਤ ਵਧੀਆ ਗੱਲ ਆਈ ਆ ਕਿ ਉਹ ਕਹਿੰਦੇ ਜੀ ਟਿੱਕਰੀ ਤੋਂ ਤੇ ਜਿਹੜਾ ਸਿੰਘੂ ਬਾਰਡਰ ਤੋਂ ਨਿਕਲਣਾ ਹੈ, ਮਾਰਚ ਨਿਕਲਣਾ ਹੈ, ਉਹਦੇ ਲਈ ਤੁਸੀਂ ਜਿਹੜਾ ਹੈ ਆਪਣੇ ਬੈਰੀਗੇਡ ਪਰਾਂ ਕਰ ਦਿਓ, ਪਰਸੋਂ ਨੂੰ ਜਿਹੜਾ ਮਾਰਚ ਨਿਕਲਣਾ ਹੈ। ਔਰ ਉਹਨਾਂ ਨੇ ਕਿਹਾ ਵੀ ਹਾਂ ਕਿ ਅਸੀਂ ਬੈਰੀਗੇਡ ਕਰ ਦਾਂਗੇ ਕਿਉਂਕਿ ਲੱਖਾਂ ਦੀ ਗਿਣਤੀ ਵਿੱਚ ਟਰੈਕਟਰ ਆਉਣੇ ਆ। ਪਹਿਲਾਂ ਤਾਂ ਉਹ ਕਹਿੰਦੇ ਸੀ ਤੁਸੀਂ ਇੱਦਾਂ ਕਰੋ ਜੀ, ਟਰੈਕਟਰ ਜਿਹੜੇ ਨੇ ਉਹ ਥੋੜ੍ਹੇ ਲਿਆਓ। ਕਹਿੰਦੇ ਜੀ ਨਹੀਂ, ਅਸੀਂ ਸਾਰਿਆਂ ਨੇ ਟਰੈਕਟਰ ਲੈ ਕੇ ਆਉਣੇ ਆ, ਪਰ ਜਿਹੜੀ ਜ਼ਿੰਮੇਵਾਰੀ ਹੈ ਉਹ ਸਾਡੀ ਉਹ ਬਣਦੀ ਹੈ। ਮੈਂ ਪਹਿਲਾਂ ਵੀ ਗੱਲ ਕਰ ਚੁੱਕਾ ਕਿਉਂਕਿ ਰੂਟ ਜਦੋਂ ਫਾਈਨਲ ਹੋ ਗਿਆ ਨਾ, ਫਿਰ ਸਾਰਾ ਕੁਝ ਕਲੀਅਰ ਹੋ ਜਾਣਾ, ਇੱਕ ਬਲੂ ਪ੍ਰਿੰਟ ਕਲੀਅਰ ਹੋ ਜਾਣਾ ਕਿ ਕਿੱਧਰ ਨੂੰ ਅਸੀਂ ਮੂਵ ਕਰਨਾ ਹੈ। ਵੈਸੇ ਇੱਕ ਗੱਲ ਦੇਖੀ ਜਾਵੇ ਵਰੁਣ ਕਿ ਐਡਾ ਵੱਡਾ ਜਿਹੜਾ ਹਜੂਮ ਹੈ, ਲੱਖਾਂ ਦੇ ਲੱਖ ਟਰੈਕਟਰ ਜਿਹੜੇ ਆ, ਉਹਨਾਂ ਨੂੰ ਇੱਕ ਤਰੀਕੇ ਨਾਲ ਮੈਨੇਜ ਕਰਨਾ ਇਹ ਸਾਡੀਆਂ ਕਿਸਾਨ ਜਥੇਬੰਦੀਆਂ ਦੇ ਲਈ ਵੀ ਇੱਕ ਬਹੁਤ ਵੱਡਾ ਇੱਕ ਚੁਣੌਤੀ ਦੀ ਗੱਲ ਹੈ। ਪਰ ਜਦੋਂ ਚੁਣੌਤੀ ਨੂੰ ਉਹਨਾਂ ਨੇ ਸਵੀਕਾਰ ਕਰ ਲਿਆ ਹੈ ਤੇ ਫਿਰ ਕਿਆ ਹੀ ਗੱਲਾਂ ਆ। ਹੁਣ ਇਹ 24 ਘੰਟੇ ਨਿਕਲਣਾ ਹੈ ਪਰੇਡ। ਇਹ ਨਹੀਂ ਕਿ ਪਰੇਡ ਇਹਨਾਂ ਦੇ ਗਣਤੰਤਰ ਦਿਵਸ ਦੀਆਂ ਝਾਕੀਆਂ ਵਾਂਗੂ ਕਿ ਥੋੜਾ ਟਾਈਮ ਲਈ ਕੱਢਿਆ ਤੇ ਨਿਕਲ ਕੇ ਤੇ ਵਾਪਸ ਆ ਗਏ। ਉਹ ਕਹਿੰਦੇ ਜੀ ਇਹ ਬਹੁਤ ਲੰਬਾ ਸਮਾਂ ਅਸੀਂ ਕੱਢਣਾ ਆ ਔਰ ਉਦੋਂ ਤੱਕ ਕੱਢਣਾ ਹੈ ਜਦੋਂ ਤੱਕ ਸਾਡਾ ਜਿਹੜਾ ਹੈ ਇੱਕ ਪੂਰੇ ਤਰੀਕੇ ਨਾਲ ਸਰਕਲ ਪੂਰਾ ਨਹੀਂ ਹੋ ਜਾਂਦਾ। ਸੋ ਇਹ ਇੱਕ ਦੇਖਣ ਵਾਲੀ ਗੱਲ ਹੈ ਕਿ ਇਹਨੂੰ ਮੈਨੇਜ ਕਿੱਦਾਂ ਕਰਨਾ ਹੈ। ਫਿਰ ਲਾਅ ਐਂਡ ਆਰਡਰ ਜਿਹੜਾ ਹੈ ਇੱਕ ਬਹੁਤ ਵੱਡੀ ਜਿਹੜੀ ਹੈ ਉਹ ਇੱਕ ਤਰੀਕੇ ਦੇ ਨਾਲ ਇੱਕ ਬਹੁਤ ਵੱਡੀ ਚੁਣੌਤੀ ਹੈ ਕਿ ਕੋਈ ਜਿਹੜਾ ਹੈ ਕੋਈ ਸ਼ਰਾਰਤੀ ਅੰਸ਼ ਜਿਹੜਾ ਹੈ ਅਨਸਰ ਜਿਹੜਾ ਹੈ ਉਹ ਸਾਡੇ ਵਿੱਚ ਨਾ ਆ ਜਾਏ, ਕਿਉਂਕਿ ਐਡੇ ਵੱਡੇ ਹਜੂਮ ਦੇ ਵਿੱਚ ਜੇ ਕੋਈ ਸ਼ਰਾਰਤੀ ਅਨਸਰ ਆਉਂਦਾ ਹੈ ਤਾਂ ਕਿਤੇ ਨਾ ਕਿਤੇ ਕੋਈ ਵੱਡੀ ਗੱਲ ਵੀ ਹੋ ਸਕਦੀ ਹੈ। ਸੋ ਇਸ ਲਈ ਕੱਲ ਜਿਹੜਾ ਹੈ ਉਹਨਾਂ ਨੇ ਫੜੇ ਵੀ ਸੀ ਸ਼ਰਾਰਤੀ ਅਨਸਰ, ਉਹਨਾਂ ਨੂੰ ਬਾਅਦ ਉਹਨਾਂ ਨੇ ਹਰਿਆਣਾ ਪੁਲਿਸ ਨੂੰ ਉਹਨਾਂ ਨੂੰ ਦਿੱਤਾ। ਦੇਖਦੇ ਹਾਂ ਕਿ ਹੁਣ ਕੀ ਕਾਰਵਾਈ ਹੁੰਦੀ ਹੈ, ਕਿਉਂਕਿ ਬਹੁਤ ਵਾਰ ਜਦੋਂ ਹੈ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ ਤਾਂ ਉਹ 2-3 ਦਿਨ ਲੈ ਜਾਂਦੀ ਹੈ। ਸੋ ਜਿੱਡਾ ਵੱਡਾ ਅੰਦੋਲਨ ਹੈ ਉੱਡੀ ਵੱਡੀਆਂ ਜ਼ਿੰਮੇਵਾਰੀਆਂ ਵੀ ਆ। ਵਲੰਟੀਅਰ ਲਗਾਤਾਰ ਕੰਮ ਕਰ ਰਹੇ ਆ ਕਿ ਕਿੱਦਾਂ ਆਪਾਂ ਬਈ ਜਾਣਾ ਆ, ਹਰ ਕਿਸੇ ਦਾ ਜਾਣਾ ਆ। ਹੁਣ ਦਿੱਲੀ ਪੁਲਿਸ ਨੇ ਇਹ ਵੀ ਕਿਹਾ ਸੀ ਕਿ ਇਕੱਲੇ ਟਰੈਕਟਰ ਓਨਰ ਦਾ ਸਾਨੂੰ ਨਾਮ ਦੇ ਦਿਓ, ਜਿਹੜਾ ਕਿ ਪੋਸੀਬਲ ਨਹੀਂ ਹੈਗਾ। ਫਿਰ ਹੌਲੀ ਹੌਲੀ ਉਹਨਾਂ ਨੇ ਕਿਹਾ ਕਿ ਜੀ ਅਸੀਂ ਇੱਦਾਂ ਕਰਾਂਗੇ, ਅਸੀਂ ਕੋਸ਼ਿਸ਼ ਕਰਦੇ ਹਾਂ, ਜੇ ਹੋ ਸਕਦਾ ਤਾਂ ਤੁਹਾਨੂੰ ਦੇਵਾਂਗੇ, ਅਦਰਵਾਈਜ਼ ਅਸੀਂ ਪੱਕਾ ਨਹੀਂ ਕਰਦੇ। ਹੁਣ ਦਿੱਲੀ ਪੁਲਿਸ ਨੇ ਵੀ ਕੁਝ ਸ਼ਰਤਾਂ ਰੱਖੀਆਂ, ਸ਼ਾਇਦ ਹਾਲੇ ਤੱਕ ਪਤਾ ਨਹੀਂ ਲੱਗ ਰਿਹਾ ਕਿਹੜੀਆਂ ਸ਼ਰਤਾਂ ਜਿਹੜੀਆਂ ਦਿੱਲੀ ਪੁਲਿਸ ਨੇ ਰੱਖੀਆਂ ਇਸ ਨੂੰ ਲੈ ਕੇ। ਜਿਵੇਂ ਥੋੜਾ ਟਾਈਮ ਬੀਤੇਗਾ ਉਵੇਂ ਜਿਹੜਾ ਹੈ ਵੱਖਰਾ ਮੀਡੀਆ ਹਾਊਸ ਜਿਹੜਾ ਹੈ ਉਸ ਨੂੰ ਡਿਟੇਲ ਦੇ ਵਿੱਚ ਦੱਸੇਗਾ ਔਰ ਅਸੀਂ ਵੀ ਆਪਣੇ ਜਿਹੜੇ ਦੇਖਣ ਵਾਲੇ ਉਹਨਾਂ ਦੇ ਨਾਲ ਸਾਂਝੀ ਕਰਦੇ ਰਹਾਂਗੇ। 26 ਜਨਵਰੀ ਨੂੰ ਹੋਣ ਵਾਲੀ ਪਰੇਡ ਦੇ ਲਈ ਜਿਸ ਤਰੀਕੇ ਦਾ ਟਰੈਕਟਰਾਂ ਦਾ ਹਜੂਮ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ, ਚਾਹੇ ਉਹ ਕਰਨਾਲ ਬਾਰਡਰ ਹੈ ਜਾਂ ਦਿੱਲੀ ਦਾ ਬਾਰਡਰ ਹੈ, ਪੰਜਾਬ ਦੀਆਂ ਸੜਕਾਂ ਦੇ ਉੱਤੇ ਵੀ ਨਾਲ ਦੇ ਨਾਲ ਇਹ ਵੀ ਗੱਲ ਕਹਿ ਦਿੱਤੀ ਗਈ ਹੈ ਕੱਲ ਕਿ ਜੇ ਤੁਸੀਂ ਮਤਲਬ ਦਿੱਲੀ ਨਹੀਂ ਪਹੁੰਚ ਪਾਉਂਦੇ ਹੋ ਤਾਂ ਆਪਣੇ ਜਿਹੜੇ ਮੇਨ ਏਰੀਆਜ਼ ਨੇ, ਚਾਹੇ ਤੁਹਾਡੇ ਪਿੰਡ ਦਾ ਕੋਈ ਚੌਂਕ ਹੈ ਜਾਂ ਤੁਹਾਡੇ ਸ਼ਹਿਰ ਦਾ ਕੋਈ ਮੇਨ ਚੌਂਕ ਹੈ ਜਾਂ ਤੁਹਾਡੇ GT ਰੋਡ ਨੇ, ਆਪਾਂ ਉਹਦੇ ਉੱਪਰ ਵੀ ਇਸ ਮਾਰਚ ਦੇ ਵਿੱਚ ਸ਼ਾਮਿਲ ਹੋ ਸਕਦੇ ਹਾਂ, ਉਸ ਦਾ ਹਿੱਸਾ ਬਣ ਸਕਦੇ ਹਾਂ, ਪਰ ਸ਼ਾਂਤੀ ਬਰਕਰਾਰ ਰੱਖਣੀ ਹੈ ਔਰ ਨਾਲ ਦੇ ਨਾਲ ਇਹ ਵੀ ਸਮਝ ਰੱਖਣੀ ਹੈ ਕਿ ਕੋਈ ਹਫੜਾ ਦਫੜੀ ਨਾ ਮਚੇ, ਕਿਉਂਕਿ ਜਦੋਂ ਇੰਨੇ ਜਾਣੇ ਉੱਥੇ ਇਕੱਠੇ ਹੁੰਦੇ ਨੇ ਫਿਰ ਇਹ ਤਾਂ ਕਿਤੇ ਨਾ ਕਿਤੇ ਹੋ ਜਾਂਦਾ ਹੈ ਕਿ ਕਾਫੀ ਦੁਨੀਆ ਹੋ ਗਈ ਹੈ, ਕਿਹਦਾ ਟਰੈਕਟਰ ਅੱਗੇ ਕਿਹਦਾ ਮੁਰੇ, ਔਰ ਯਕੀਨ ਹੈ ਕਿ ਬਹੁਤ ਜ਼ਿਆਦਾ ਡਿਸਿਪਲਿਨ ਦੇ ਵਿੱਚ ਚੱਲਣਗੀਆਂ ਗੱਡੀਆਂ ਤੇ ਟਰੈਕਟਰ ਕਾਫੀ ਜ਼ਿਆਦਾ ਰਿਹਰਸਲਾਂ ਵੀ ਕਰ ਰਹੇ ਨੇ। ਔਰ ਸਪੈਸ਼ਲ ਜਿਹੜੀਆਂ ਝਾਕੀਆਂ ਨੇ ਕਿਸਾਨਾਂ ਦੇ ਹੱਕ ਨੂੰ ਦਰਸਾਉਂਦੀਆਂ ਹੋਈਆਂ ਉਹ ਵੀ ਕਿਸਾਨਾਂ ਦੇ ਵੱਲੋਂ ਤਿਆਰ ਕੀਤੀਆਂ ਗਈਆਂ ਹੈ। ਬਹੁਤ ਸਾਰੀਆਂ ਟਰਾਲੀਆਂ ਜਿਹੜੀਆਂ ਸਜਾ ਲਈਆਂ ਗਈਆਂ ਹਨ, ਜਿੱਥੇ ਕਿਰਤੀਆਂ ਦੀ ਗੱਲ ਹੋਈ ਹੈ, ਕਿਸਾਨਾਂ ਦੀ ਗੱਲ ਹੋਈ ਹੈ, ਕਿਸਾਨਾਂ ਦੇ ਹੱਕਾਂ ਦੀ ਗੱਲ ਹੋਈ ਹੈ। 26 ਤਰੀਕ ਦੀ ਪਰੇਡ ਦੇ ਵਿੱਚ ਜਦੋਂ ਉਹ ਸਾਰੀਆਂ ਝਾਕੀਆਂ ਨਿਕਲਣਗੀਆਂ, ਸ਼ਾਇਦ ਸਰਕਾਰ ਦੇ ਕੰਨਾਂ ਤੱਕ ਜਿਹੜੀ ਜੂੰ ਹੈ ਉਹ ਜ਼ਰੂਰ ਰਿੰਗਣੀ ਚਾਹੀਦੀ ਹੈ। ਔਰ ਕਿਸੇ ਵੀ ਦੇਸ਼ ਦੀ ਕੇਂਦਰ ਸਰਕਾਰ ਦੇ ਲਈ ਇਹ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਜਿਸ ਦਿਨ ਕਿਸੇ ਦੇਸ਼ ਦਾ ਸੰਵਿਧਾਨ ਲਾਗੂ ਹੁੰਦਾ ਹੈ, ਉੱਥੋਂ ਦੇ ਜਿਹੜੇ ਲੋਕ ਨੇ ਆਪਣੇ ਅਧਿਕਾਰਾਂ ਦੇ ਲਈ ਸੜਕਾਂ ਤੇ ਹੋਣ, ਸੜਕਾਂ ਤੇ ਰੁਲਦੇ ਹੋਣ। 150 ਤੋਂ ਵੱਧ ਜਿਹੜੇ ਕਿਸਾਨ ਹੈ ਉਹ ਸ਼ਹੀਦ ਹੋ ਜਾਣ ਤੇ ਗਣਤੰਤਰ ਦਿਵਸ ਜੇ ਸਾਡੇ ਦੇਸ਼ ਦੇ ਵਿੱਚ ਮੰਨਦਾ ਹੈ, ਇੰਨੀ ਸ਼ਰਧਾ ਦੇ ਨਾਲ ਵੀ ਮੈਂ ਤਾਂ ਕਹੂੰਗੀ ਮੰਨਦਾ ਹੈ ਹਨਾ, ਅਸੀਂ ਆਪਣੇ ਝੰਡੇ ਨੂੰ ਪੂਜਦੇ ਹਾਂ, ਤਿਰੰਗੇ ਨੂੰ, ਔਰ ਇੰਨੇ ਪਿਆਰ ਨਾਲ ਮੰਨਦਾ ਹੈ, ਤਾਂ ਉਸ ਦਿਨ ਜਿਹੜੇ ਦੇਸ਼ ਦੀ ਆਵਾਮ ਹੈ ਉਹ ਇੰਨੀ ਜ਼ਿਆਦਾ ਪਰੇਸ਼ਾਨ ਹੋ ਚੁੱਕੀ ਹੈ ਆਪਣੀ ਸਰਕਾਰ ਤੋਂ। ਸਰਕਾਰ ਨੂੰ ਆਪਣੇ ਦੇਸ਼ ਦੀ ਆਵਾਮ ਦੇ ਲਈ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਸਾਡੇ ਜਿਹੜੇ ਲੋਕ ਨੇ ਅੱਜ ਆਪਣਾ ਕੰਮਕਾਰ ਛੱਡ ਕੇ ਟਰੈਕਟਰਾਂ ਦੇ ਵਿੱਚ ਦਿੱਲੀ ਪਹੁੰਚ ਰਹੇ ਨੇ ਔਰ ਇੱਥੇ ਅੰਦੋਲਨ ਚੱਲ ਰਿਹਾ ਹੈ, ਅਸੀਂ ਇਹਨਾਂ ਦੀ ਗੱਲ ਨੂੰ ਸੁਣੀਏ, ਇਹਨਾਂ ਦੀ ਗੱਲ ਵੱਲ ਗੌਰ ਕਰੀਏ। ਪਰ ਗੌਰ ਕਰਨ ਦੀ ਜਗ੍ਹਾ ਅਜੀਬੋ ਗਰੀਬ ਜਿਹੜੇ ਨੇ ਸਿੱਟੇ ਸਰਕਾਰ ਵੱਲੋਂ ਕੱਢੇ ਜਾ ਰਹੇ ਨੇ, ਅਜੀਬੋ ਗਰੀਬ ਸਲਾਹਾਂ ਦਿੱਤੀਆਂ ਜਾ ਰਹੀਆਂ ਨੇ। ਤੇ ਮੈਂ ਇੱਕ ਇੰਟਰਵਿਊ ਦੇਖ ਰਹੀ ਸੀ, ਸਾਡੇ ਇੱਕ ਕਿਸਾਨ ਨੇਤਾ ਨੇ, ਉਹਨਾਂ ਨੇ ਬੜੀ ਸਪਸ਼ਟ ਗੱਲ ਕਹੀ ਹੈ ਮੀਡੀਆ ਨੂੰ ਕਿ ਅਸੀਂ ਬਹੁਤ ਸੋਚ ਸਮਝ ਕੇ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਇਹ ਅੰਦੋਲਨ ਬਹੁਤ ਲੰਬਾ ਚੱਲੇਗਾ, ਕਿਉਂਕਿ ਜਦੋਂ ਵੀ ਅੰਦੋਲਨ ਚੱਲਦੇ ਨੇ ਉਹ ਟਾਈਮ ਲੈਂਦੇ ਨੇ। ਬਾਕੀ ਇਹ ਤਾਂ ਪਹਿਲਾਂ ਹੀ ਦੇਖੋ ਇੱਕ ਗੱਲ ਕਲੀਅਰ ਸੀਗੀ ਕਿ ਜਦੋਂ ਉਹਨਾਂ ਨੇ ਇਹ ਕਿਹਾ ਸੀ ਕਿ ਅੰਦੋਲਨ ਅਸੀਂ ਕਰਨਾ ਹੈ, ਉਹ 3 ਮਹੀਨੇ ਦਾ ਰਾਸ਼ਨ ਲੈ ਕੇ ਚੱਲੇ ਸੀ। ਅੱਜ 8ਵਾਂ ਦਿਨ ਹੈ, ਤਕਰੀਬਨ 2 ਮਹੀਨੇ ਹੋ ਗਏ ਨੇ। ਸੋ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਜਿਹੜੀਆਂ ਜਥੇਬੰਦੀਆਂ ਕਰ ਰਹੀਆਂ ਸੀ ਸੰਘਰਸ਼, ਕਿਉਂਕਿ ਉਹ ਬਹੁਤ ਟਾਈਮ ਤੋਂ ਸੰਘਰਸ਼ ਕਰ ਰਹੀਆਂ ਨੇ। ਪਹਿਲਾਂ ਤਾਂ ਅਸੀਂ ਪੰਜਾਬ ਦੀ ਗੱਲ ਕਰ ਲਈਏ, ਪੰਜਾਬ ਦੀਆਂ ਰੇਲਾਂ ਰੋਕਣੀਆਂ, ਪੰਜਾਬ ਦੇ ਉੱਤੇ ਬੈਠ ਕੇ ਪਟੜੀਆਂ ਦੇ ਗੱਲਾਂ ਕਰਨੀਆਂ, ਇਹਨਾਂ ਦੇ ਨਾਲ ਗੱਲਬਾਤ ਕਰਨੀ, ਇਸ ਸੰਘਰਸ਼ ਨੂੰ ਬਹੁਤ ਚਿਰ ਹੋ ਗਿਆ।
ਔਰ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਪਤਾ ਸੀਗਾ ਕਿ ਇਹ ਅੱਗੋਂ ਸੰਘਰਸ਼ ਲੈ ਜਾਊਗਾ। ਜੋ ਸਰਕਾਰਾਂ ਹੁੰਦੀਆਂ ਨੇ ਉਹ ਵੀ ਬੀਜੇਪੀ ਵਰਗੀ ਸਰਕਾਰ ਜਿਹਦੇ ਵਿੱਚ ਹਾਰਡਲਾਈਨਰ ਬਹੁਤ ਨੇ ਔਰ ਤੁਹਾਡੀ ਗੱਲ ਜਿਹੜੀ ਆ ਜਲਦੀ ਐਕਸੈਪਟ ਨਹੀਂ ਕੀਤੀ ਜਾ ਸਕਦੀ। ਬਹੁਤ ਇਦਾਂ ਦੇ ਬਿਆਨ ਆਉਂਦੇ ਨੇ ਜਿਹੜੇ ਅਸੀਂ ਸੋਚ ਵੀ ਨਹੀਂ ਸਕਦੇ ਕਿ ਇਹ ਬਿਆਨ ਹੋਣੇ ਚਾਹੀਦੇ ਨੇ। ਅੱਤਵਾਦੀ, ਪਤਾ ਨਹੀਂ ਵੱਖਵਾਦੀ, ਕਈ ਕੁਝ ਕਿਹਾ ਜਾਂਦਾ ਹੈ। ਹੁਣ ਜੇ ਗੱਲ ਕਰਾਂ ਮੈਂ ਸੁਖਬੀਰ ਬਾਦਲ ਹੁਣਾਂ ਦੀ, ਤੇ ਹੁਣੇ ਇੱਕ ਸਟੇਟਮੈਂਟ ਉਹਨਾਂ ਨੇ ਦਿੱਤੀ ਹੈ। ਉਹ ਕਹਿੰਦੇ ਆ ਸਰਕਾਰ ਆਪਣਾ ਅੜੀਅਲ ਜਿਹੜਾ ਬਿਹੇਵੀਅਰ ਹੈ, ਅੜੀਅਲ ਜਿਹੜਾ ਮੁੱਦਾ ਹੈ ਉਹਨੂੰ ਛੱਡ ਕੇ ਇੱਕ ਤਰੀਕੇ ਨਾਲ ਜਿਹੜੀ ਲੋਕਾਂ ਦੀ ਆ, ਆਵਾਮ ਦੀ ਗੱਲ ਸੁਣ ਲੈਣ। ਪਰ ਤੁਸੀਂ ਹਿਸਾਬ ਲਓ ਕਿ ਇਹ ਉਹੀ ਸ਼੍ਰੋਮਣੀ ਅਕਾਲੀ ਦਲ ਹੈ ਜਿਨ੍ਹਾਂ ਦੀ ਬੀਬੀ ਹਰਸਿਮਰਤ ਕੌਰ ਬਾਦਲ ਕੈਬਨਿਟ ਦੇ ਵਿੱਚ ਸੀ ਔਰ ਕੈਬਨਿਟ ਦੇ ਵਿੱਚ ਉਹਨਾਂ ਨੇ ਸਾਈਨ ਕੀਤੇ। ਫਿਰ ਉਸ ਤੋਂ ਬਾਅਦ ਇੱਕ ਟਾਸਕ ਮਿਲਿਆ ਹੁੰਦਾ ਸੀ ਵੀ ਲੋਕਾਂ ਨੂੰ ਜਾਓ ਤੇ ਸਮਝਾਓ। ਜਿਵੇਂ ਹੁਣ ਮਨੋਰੰਜਨ ਕਾਲੀਆ ਹੁਣੀ ਕੱਲ ਟਾਸਕ ਸਮਝਾਉਣੀ ਕਿਸੇ ਹੋਟਲ ਤੇ ਪਹੁੰਚੇ ਤੇ ਲੋਕਾਂ ਨੇ ਫਿਰ ਕਿਹਾ ਜੀ ਨਹੀਂ, ਇਹ ਉਹਨਾਂ ਚਿਰ ਤੁਹਾਡੀਆਂ ਜਿਹੜੀਆਂ ਨੇ ਅਸੀਂ ਕੋਈ ਵੀ ਪੋਲੀਟੀਕਲ ਕੰਮ ਇੱਥੇ ਹੋਣ ਨਹੀਂ ਦੇਣਾ ਜਿੰਨਾ ਚਿਰ ਸਾਡੀ ਸੁਣਵਾਈ ਨਹੀਂ ਹੋਣੀ। ਦੂਸਰੇ ਬੰਨੇ ਅਸੀਂ ਦੇਖਿਆ ਜਾਨਵੀ ਕਪੂਰ ਜਿਹੜੀ ਸ਼੍ਰੀਦੇਵੀ ਦੀ ਕੁੜੀ ਆ, ਉਹਦੀ ਕਿਤੇ ਸ਼ੂਟਿੰਗ ਕੋਈ ਪੰਜਾਬ 'ਚ ਹੋ ਰਹੀ ਸੀ, ਉਹ ਵੀ ਰੁਕ ਗਈ। ਉਹਨਾਂ ਨੇ ਕਿਹਾ ਵੀ ਜੀ 19 ਦਿਨ ਅਸੀਂ ਬਾਲੀਵੁੱਡ ਨੂੰ ਵੀ ਨਹੀਂ ਐਂਟਰ ਕਰਨ ਦੇਣਾ ਜਿੰਨਾ ਚਿਰ ਸਾਡਾ ਮਸਲਾ ਨਹੀਂ ਹੱਲ ਹੁੰਦਾ। ਗੱਲ ਵੀ ਸਹੀ ਹੈ ਕਿਉਂਕਿ ਅਸੀਂ ਗੱਲ ਹੱਕਾਂ ਦੀ ਦੇ ਬੈਠੇ ਹਾਂ ਔਰ ਕਿਸੇ ਨੇ ਵੀ ਜਿਹੜਾ ਹੈ ਦੋ ਚਾਰਾਂ ਨੂੰ ਛੱਡ ਕੇ ਨਾ ਬਾਲੀਵੁੱਡ 'ਚੋਂ ਸਾਡਾ ਸਾਥ ਦਿੱਤਾ, ਨਾ ਹੀ ਸੈਂਟਰ 'ਚੋਂ ਕਿਸੇ ਨੇ ਸਾਡਾ ਸਾਥ ਦਿੱਤਾ। ਸੋ ਕਿਤੇ ਨਾ ਕਿਤੇ ਜਦੋਂ ਗੁੱਸਾ ਤੁਹਾਡਾ ਜਿਹੜਾ ਹੈ ਉਹ ਉੱਠਦਾ ਹੈ ਤਾਂ ਫਿਰ ਇੱਦਾਂ ਦੀਆਂ ਗੱਲਾਂ ਹੋਣੀਆਂ ਸੁਭਾਵਿਕ ਹੈ। ਹੁਣ ਹੇਮਾ ਮਾਲਿਨੀ ਦੀ ਗੱਲ ਕਰ ਲਈਏ ਜੀ, ਉਹਨਾਂ ਦਾ ਤਾਂ ਬਿਆਨ ਹੀ ਇੱਦਾਂ ਲੱਗਦਾ ਸੀ ਕਿ ਯਾਰ ਕੀ ਬਿਆਨ ਹੈ, ਕਿੰਨਾ ਹਾਸੋਹੀਣੀ ਬਿਆਨ ਹੈ। ਉਹ ਕਹਿੰਦੇ ਜਿਹੜੇ ਕਿਸਾਨ ਉੱਥੇ ਬੈਠੇ ਨੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਉਹ ਕੀ ਕਰ ਰਹੇ ਨੇ, ਉਹ ਕਿਉਂ ਉਸੇ ਲਈ ਬੈਠੇ ਨੇ। ਬਹੁਤ ਲਾਤ ਉਹਨਾਂ ਦੇ ਵਿੱਚੋਂ ਕਹਿੰਦੇ ਐਵੇਂ ਹੀ ਆ ਭੀੜ ਆ। ਪਰ ਫਿਰ ਉਹਨਾਂ ਹੀ ਮੁੰਡਿਆਂ ਨੇ ਜਵਾਬ ਦਿੱਤਾ, ਉਹਨਾਂ ਦੇ ਵਿੱਚੋਂ ਕਿਸੇ ਕਿਸਾਨ ਜਥੇਬੰਦੀ ਨੇ ਜਵਾਬ ਦਿੱਤਾ, ਕਹਿੰਦੇ ਜੀ ਬੀਬਾ ਇੱਦਾਂ ਕਰੋ, ਤੁਹਾਨੂੰ ਰਿਟਰਨ ਟਿਕਟ ਵੀ ਕਰਾ ਦਿੰਦੇ ਆ, ਤੁਸੀਂ 5 ਸਟਾਰ ਹੋਟਲ ਤੋਂ ਥੱਲੇ ਰਹਿੰਦੇ ਨਹੀਂ ਹੋ, ਤੁਹਾਨੂੰ ਅਸੀਂ 5 ਸਟਾਰ ਹੋਟਲ 'ਚ ਕਹਿੰਦੇ ਜੀ ਤੁਹਾਨੂੰ ਰੱਖਾਂਗੇ ਵੀ, ਤੁਸੀਂ ਆਓ ਆਪਣਾ ਟਾਈਮ ਕੱਢ ਕੇ ਤੇ ਸਾਨੂੰ ਸਮਝਾ ਕੇ ਤਾਂ ਜਾਓ ਕਿ ਅਸੀਂ ਚਾਹੁੰਦੇ ਕੀ ਆ, ਤੁਸੀਂ ਕਹਿੰਦੇ ਕੀ ਆ, ਸਾਨੂੰ ਵੀ ਪਤਾ ਲੱਗੇ ਕਿ ਤੁਸੀਂ ਕੀ ਇਹਨਾਂ ਬਾਰੇ ਸੋਚਦੇ ਹੋ। ਹੁਣ ਜਦੋਂ ਐਡੇ ਵੱਡੇ ਲੋਕ ਜਿਹੜੇ ਪੰਜਾਬ ਦੇ ਨਾਲ ਜੁੜੇ ਨੇ, ਇਹਨਾਂ ਦੀਆਂ ਅੱਧੀ ਤੋਂ ਜ਼ਿਆਦਾ ਫਿਲਮਾਂ ਜਿਹੜੀਆਂ ਪੰਜਾਬ 'ਚ ਸ਼ੂਟ ਹੁੰਦੀਆਂ ਨੇ, ਔਰ ਜਦੋਂ ਅਸੀਂ ਹੇਮਾ ਮਾਲਿਨੀ ਦੇ ਪਰਿਵਾਰ ਦੀ ਗੱਲ ਕਰਦੇ ਹਾਂ, ਧਰਮਿੰਦਰ ਹੁਣੀ, ਸਨੀ ਦਿਓਲ, ਬੌਬੀ ਦਿਓਲ, ਔਰ ਇਹ ਸਾਰੇ ਕਿਤੇ ਨਾ ਕਿਤੇ ਪੰਜਾਬ ਦੇ ਜਾਏ ਹੋਏ ਨੇ ਔਰ ਪੰਜਾਬ ਤੋਂ ਹੀ ਜਿਹੜਾ ਇਹਨਾਂ ਨੇ ਆਪਣਾ ਨਾਮ ਕਰਿਆ। ਸਨੀ ਦਿਓਲ ਨੇ ਤਾਂ ਗੱਲਾਂ ਦਾ ਕੜਾਈ ਬਣਾਇਆ, ਜਿੱਦਾਂ ਹੀ ਵੋਟਾਂ ਜਿੱਤੀਆਂ ਤੇ ਸਨੀ ਦਿਓਲ ਆ ਗਿਆ ਕਹਿੰਦੇ ਨਾ, ਕਹਾਵਤ ਹੁੰਦੀ ਨਾ, ਆ ਗਈ ਤੇ ਮੁੜ ਕੇ ਹੇਮਾ ਮਾਲਿਨੀ ਦਾ ਕਾਫੀ ਮੰਦਭਾਗਾ ਬਿਆਨ ਆਉਂਦਾ ਹੈ। ਬਹੁਤ ਸਾਰੇ ਜਿਹੜੇ ਉਸ ਟਾਈਮ ਜਿਨ੍ਹਾਂ ਦੀ ਲੱਗਦਾ ਹੈ ਜਨਤਾ ਨੂੰ ਕਿ ਅਸੀਂ ਇਹਨਾਂ ਨੂੰ ਸ਼ੁਰੂ ਤੋਂ ਦੇਖਦੇ ਆਏ ਹਾਂ, ਹਨਾ, ਹੁਣ ਲੋੜ ਹੈ ਉਹਨਾਂ ਦੀ ਸਾਡੇ ਹੱਕ 'ਚ ਬੋਲਣ, ਉਹ ਜਦੋਂ ਨਹੀਂ ਬੋਲਦੇ ਦੁੱਖ ਲੱਗਦਾ ਹੈ। ਇਹ ਵੀ ਤਾਂ ਕੱਲ ਖਬਰ ਉੱਠ ਚੁੱਕੀ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਜਿਹੜੀਆਂ ਬਾਲੀਵੁੱਡ ਦੀਆਂ ਫਿਲਮਾਂ ਨੇ ਉਹਨਾਂ ਦੀ ਸ਼ੂਟਿੰਗ ਹੈ ਜਿਹੜੀ ਬੰਦ ਕਰ ਦੇਣਾ ਚਾਹੁੰਦੇ ਹੋ, ਸਹਿਮਤ ਹੋ। ਔਰ ਬਹੁਤ ਸਾਰੇ ਲੋਕ ਨੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਇਸ ਚੀਜ਼ ਦੇ ਨਾਲ ਸਹਿਮਤ ਹਨ ਕਿ ਇਹਨਾਂ ਦੀਆਂ ਸ਼ੂਟਿੰਗਸ ਆ ਜਿਹੜੀਆਂ ਬੰਦ ਕਰ ਦੇਣੀਆਂ ਚਾਹੀਦੀਆਂ। ਕਿੰਨੀਆਂ ਫਿਲਮਾਂ ਦੀ ਪੰਜਾਬ 'ਚ ਸ਼ੂਟਿੰਗ ਹੋਈ, ਖੇਤਾਂ ਨੂੰ ਲੈ ਕੇ ਸ਼ੂਟਿੰਗ ਹੋਈ, ਐਡਸ ਕਰਦੇ ਰਹੇ ਨੇ। ਹੇਮਾ ਮਾਲਿਨੀ ਤਾਂ ਆਪ ਇੱਕ ਵਾਰੀ ਫਸਲਾਂ ਦੀ ਐਡ ਦਿਖਾਈ ਦਿੱਤੀ ਸੀ ਔਰ ਮੁੜ ਕੇ ਉਹ ਕੀ ਜਦੋਂ ਬੋਲਦੇ ਨੇ ਉਦੋਂ ਸਾਰਾ ਹੀ ਗੱਲਾਂ ਦਾ ਕੜਾ ਤੇ ਸਾਰਾ ਹੀ ਬੰਦੇ ਦਾ ਦਿਲ ਤੋੜ ਦਿੰਦੇ ਨੇ। ਮੈਨੂੰ ਦੁੱਖ ਲੱਗਦਾ ਹੈ ਕਿਉਂਕਿ ਜਿਹੜੇ ਕਿਸਾਨ ਨੇ ਅਸੀਂ ਉਹਨਾਂ ਦੇ ਸਿਰ ਤੇ ਇੱਥੇ ਬੈਠੇ ਹਾਂ, ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਕਿਸਾਨੀ ਹੈ ਔਰ ਉਹਨਾਂ ਦੇ ਦੁੱਖ ਨੂੰ ਸਮਝਣ ਦੀ ਜਗ੍ਹਾ ਤੁਸੀਂ ਜੇ ਚੰਗਾ ਨਹੀਂ ਬੋਲਣਾ ਤੇ ਮਾੜਾ ਵੀ ਨਾ ਬੋਲੋ। ਉਦੋਂ ਦਿਲ ਟੁੱਟਦਾ ਹੈ ਜਦੋਂ ਅਜਿਹੇ ਲੋਕ ਉਹਨਾਂ ਦੇ ਖਿਲਾਫ ਬੋਲਦੇ ਨੇ। ਜੇ ਤੁਹਾਨੂੰ ਲੱਗਦਾ ਹੈ ਕੁਝ ਤੁਹਾਡੇ ਅੰਦਰ ਇਦਾਂ ਦੀਆਂ ਗੱਲਾਂ ਹਨ, ਤੁਸੀਂ ਬੋਲੋ ਤਾਂ ਨਾ, ਤਾਂ ਜੋ ਲੋਕਾਂ ਦਾ ਤੁਹਾਡੇ ਪ੍ਰਤੀ ਜਿਹੜਾ ਰੀਣ ਰਵੱਈਆ ਚੰਗਾ ਹੈ ਜਾਂ ਪਿਆਰ ਹੈ ਉਹ ਤਾਂ ਨਾ ਬਦਲੇ। ਔਰ ਜਿਹੜੇ ਸਾਡੇ ਬਾਲੀਵੁੱਡ ਸੈਲੀਬ੍ਰਿਟੀਜ਼ ਹਨ ਉਹਨਾਂ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਕਿ ਕਿੰਨਿਆਂ ਨੇ ਹੱਕ 'ਚ ਬੋਲਿਆ, ਕਿੰਨਿਆਂ ਨੇ ਵਿਰੋਧ 'ਚ ਬੋਲਿਆ। ਪੰਜਾਬੀ ਜਿਹੜੇ ਸਿੰਗਰ ਨੇ ਸਾਰੇ ਉਹ ਕਿਸਾਨਾਂ ਦੇ ਨਾਲ ਰਲ ਗਏ ਨੇ। ਹੁਣ ਜਿੱਦਾਂ ਪਾਇਲ ਹੈ ਤੇ ਪਾਇਲ ਕਿੰਨਾ ਕੁਝ ਗਲਤ ਬੋਲਦੀ ਹੈ, ਪਾਇਲ ਕਦੇ ਜੈਜ਼ੀ ਬੀ ਨੂੰ ਗਲਤ ਬੋਲਦੀ ਹੈ, ਕਦੇ ਸਿੱਧੂ ਮੂਸੇਵਾਲੇ ਵਾਲੇ ਨੂੰ ਗਲਤ ਬੋਲਦੀ ਹੈ। ਪਾਇਲ ਦਾ ਤਾਂ ਹੁਣ ਮੈਨੂੰ ਇਦਾਂ ਕਦੇ ਲੱਗਦਾ ਹੁੰਦਾ ਹੈ ਕਿ ਉਹਨੂੰ ਕਿਤੇ ਨਾ ਕਿਤੇ ਚੈੱਕਅਪ ਦੀ ਜ਼ਰੂਰਤ ਹੈ। ਕਹਿਣੀ ਤਾਂ ਇਹ ਗੱਲ ਨਹੀਂ ਚਾਹੀਦੀ, ਮੈਂ ਤਾਂ ਕਹਿ ਰਹੀ ਹਾਂ। ਉਹ ਤਾਂ ਇੱਕ ਦਿਨ ਸਚਿਨ ਤੰਦੂਲਕਰ ਦੇ ਖਿਲਾਫ ਵੀ ਬੋਲ ਰਹੀ ਸੀ, ਹਾਲਾਂਕਿ ਸਚਿਨ ਤੰਦੂਲਕਰ ਤਾਂ ਕਿਤੇ ਵੀ ਕੋਈ ਕਿਤੇ ਗੱਲ ਨਾਲ ਨਹੀਂ ਜੁੜਿਆ ਹੋਇਆ, ਫਿਰ ਵੀ ਉਹਦੇ ਖਿਲਾਫ ਬੋਲ ਰਹੀ ਸੀ। ਇਹ ਆਪਣਾ ਮਨ ਮਰਜ਼ੀ ਦਾ ਜੋ ਜੀ ਆਇਆ ਬੋਲਦੇ ਨੇ। ਇਹਨਾਂ ਨੂੰ ਇੱਕ ਦਿਨ ਉੱਥੇ ਬਿਠਾ ਦਿਓ, ਫਿਰ ਇਹਨਾਂ ਨੂੰ ਪਤਾ ਲੱਗੇਗਾ ਕਿ ਕਿਤੇ ਸੌਖਾ ਨਹੀਂ ਹੁੰਦਾ ਸੜਕਾਂ ਦੇ ਉੱਤੇ ਰੋਟੀ ਪਾਣੀ ਤਿਆਰ ਕਰਨਾ, ਸੜਕਾਂ ਦੇ ਉੱਤੇ ਸੌਣਾ। ਅਸੀਂ ਕਮਰੇ ਦੇ ਵਿੱਚ ਵੀ ਘਬਰਾ ਜਾਂਦੇ ਹਾਂ ਠੰਡ ਲੱਗੀ ਤੇ ਰਾਤ ਨੂੰ ਸੋਚ ਕੇ ਕਿ ਕਿਹਨਾਂ ਹਾਲਾਤਾਂ 'ਚ ਜਿਹੜੇ ਸਾਡੇ ਕਿਸਾਨ ਨੇ ਉਹ ਸੜਕਾਂ ਦੇ ਉੱਤੇ ਬੈਠੇ ਹੋਏ ਨੇ, ਕਿ ਵੀ ਉੱਥੇ ਪ੍ਰਸ਼ਾਦਾ ਪਾਣੀ ਤਿਆਰ ਹੁੰਦਾ ਹੈ। ਬੀਬੀਆਂ ਦੇ ਲਈ ਕਿੰਨੀ ਮੁਸ਼ਕਿਲ ਕਈ ਵਾਰੀ ਉੱਥੇ ਇਸ਼ਨਾਨ ਘਰਾਂ ਦੀ ਆਉਂਦੀ ਹੈ, ਫਿਰ ਵੀ ਸਾਰੇ ਮੈਨੇਜ ਕਰ ਰਹੇ ਨੇ। ਔਰ ਜਦੋਂ ਕਿਤੇ ਵੀ ਇਹਨਾਂ ਨੂੰ ਕੋਈ ਵੀ ਚੀਜ਼ ਉਪਲਬਧ ਕਰਵਾਈ ਜਾਂਦੀ ਹੈ, ਚਾਹੇ ਕਿਸੇ ਵੀ ਸੰਸਥਾ ਦੇ ਵੱਲੋਂ ਕਰਵਾਈ ਜਾਂਦੀ ਹੈ, ਤੇ ਫਿਰ ਨੈਸ਼ਨਲ ਮੀਡੀਆ ਸਾਨੂੰ ਗਲਤ ਗੱਲਾਂ ਕਹਿੰਦਾ ਹੈ, ਫੰਡਿੰਗ ਕਹਿੰਦਾ ਹੈ। ਮੈਂ ਤਾਂ ਇੱਕ ਗੱਲ ਸਾਫ਼ ਕਹਿ ਦਿੰਦੀ ਹੁੰਦੀ ਹੈ, ਇਹ ਬਾਰ-ਬਾਰ ਪੁੱਛਦੇ ਆ ਕਿ ਇਹਨਾਂ ਨੂੰ ਫੰਡਿੰਗ ਕਿੱਥੋਂ ਹੁੰਦੀ ਹੈ, ਫੰਡਿੰਗ ਕਿੱਥੋਂ ਹੁੰਦੀ ਹੈ। ਇਹਨਾਂ ਲੋਕਾਂ ਨੇ ਕਦੇ ਪੰਜਾਬ ਨੂੰ ਦੇਖਿਆ ਹੀ ਨਹੀਂ ਜਿਹੜੇ ਅਜਿਹੇ ਸਵਾਲ ਚੱਕਦੇ ਨੇ। ਅਸੀਂ ਤਾਂ ਬਚਪਨ ਤੋਂ ਹੀ ਦੇਖਿਆ ਹੈ ਫੰਡਿੰਗ ਤਾਂ ਬਾਬੇ ਨਾਨਕ ਨੇ 20 ਰੁਪਏ ਦੀ ਇੱਕ ਵਾਰੀ ਕਰਤੀ ਸੀ, ਮੁੜ ਕੇ ਸਾਨੂੰ ਫੰਡਿੰਗ ਦੀ ਲੋੜ ਹੀ ਨਹੀਂ ਪਈ।
ਉਹ ਤਾਂ ਗੁਰੂ ਨਾਨਕ ਦੇਵ ਜੀ ਕਰ ਗਏ, ਉਦੋਂ ਲੰਗਰ ਚਲਾ ਗਏ, 20 ਰੁਪਏ ਦਾ ਅੱਜ ਤੱਕ ਚੱਲੀ ਜਾਂਦਾ ਹੈ। ਬਰਕਤਾਂ ਭਰੀਆਂ ਪਈਆਂ ਨੇ, ਲੰਗਰ ਦੀ ਬਰਕਤ ਤਾਂ ਕਦੇ ਖਤਮ ਹੋ ਹੀ ਨਹੀਂ ਸਕਦੀ। ਮੈਨੂੰ ਲੱਗਦਾ ਹੈ ਕਿ ਜਿਹੜਾ ਨੈਸ਼ਨਲ ਮੀਡੀਆ ਇੱਦਾਂ ਬੋਲਦਾ ਹੈ ਨਾ ਜਤਿੰਦਰ, ਇਹਨਾਂ ਨੂੰ ਇੱਕ ਵਾਰੀ ਹੋਲੇ ਮਹੱਲੇ ਦਾ ਮੇਲਾ ਦਿਖਾਉਣਾ ਚਾਹੀਦਾ ਹੈ, ਵਿਸਾਖੀ ਦਾ ਮੇਲਾ ਦਿਖਾਉਣਾ ਚਾਹੀਦਾ ਹੈ, ਮੁਕਤਸਰ ਮੇਲਾ ਲੱਗਦਾ ਉਹ ਮੇਲਾ ਦਿਖਾਉਣਾ ਚਾਹੀਦਾ। ਪੰਜਾਬ ਦੇ ਇਹਨਾਂ ਨੂੰ ਮੇਲੇ ਦਿਖਾਓ ਕਿ ਲੰਗਰ ਜਦੋਂ ਇੱਕ ਵਾਰੀ ਸ਼ੁਰੂ ਹੋ ਜਾਂਦਾ। ਤੁਸੀਂ ਕਦੇ ਨੋਟ ਕੀਤਾ ਹੈ ਦਿੱਲੀ ਜਿੱਦਣ ਦੇ ਸਾਡੇ ਕਿਸਾਨ ਗਏ ਹੋਏ ਨੇ, ਉੱਥੇ ਇਹ ਕਿਹਾ ਹੋਵੇ ਕਿ ਬ੍ਰੇਕਫਾਸਟ ਚੱਲਦਾ ਹੈ, ਡਿਨਰ ਚੱਲਦਾ ਹੈ, ਲੰਚ ਚੱਲਦਾ ਹੈ? ਨਹੀਂ, ਉੱਥੇ ਲੰਗਰ ਅੱਖਰ ਦੇ ਦਿੱਤਾ ਗਿਆ ਤੇ ਲੰਗਰ ਦੀਆਂ ਬਰਕਤਾਂ ਇਸੇ ਤਰੀਕੇ ਦੇ ਨਾਲ ਹੀ ਬਰਕਰਾਰ ਰਹਿਣੀਆਂ ਨੇ ਜਿੰਨੀ ਦੇਰ ਤੱਕ ਇਹ ਦੁਨੀਆ ਹੈ। ਵਾਕਈ ਚਲੋ ਤੁਹਾਡੀਆਂ ਬਹੁਤ ਗੱਲਾਂ ਸਹੀ ਨੇ ਕਿ ਲੰਗਰ ਦਾ ਜਿਹੜਾ ਹੈ ਉਹ ਪੰਜਾਬ ਤੇ ਕਦੇ ਟੁੱਟ ਨਹੀਂ ਆਉਂਦਾ, ਔਰ ਦੁਨੀਆ ਦੇ ਵਿੱਚ ਨਾਮ ਹੈ ਕਿ ਜਿੱਥੇ ਗੁਰਦੁਆਰਾ ਹੈ ਉੱਥੇ ਕੋਈ ਭੁੱਖਾ ਨਹੀਂ ਸੌ ਸਕਦਾ। ਸੋ ਇਹ ਤਾਂ ਬਖੂਬੀ ਗੱਲ ਹੈ। ਪਰ ਜਦੋਂ ਅਸੀਂ ਪੋਲਿਟਿਕਸ ਦੀ ਗੱਲ ਕਰਦੇ ਹਾਂ ਤੇ ਪੋਲਿਟਿਕਸ ਜਿਹੜੀ ਹੈ ਉਹ ਇਹਨਾਂ ਗੱਲਾਂ ਤੋਂ ਪਰੇ ਆ, ਚਾਹੇ ਉਹ ਪੰਜਾਬ ਦੀ ਪੋਲਿਟਿਕਸ ਹੋਵੇ, ਚਾਹੇ ਉਹ ਸੈਂਟਰ ਦੀ ਪੋਲਿਟਿਕਸ ਹੋਵੇ। ਪਰ ਇਹ ਇਸ ਲਈ ਹੈ ਕਿ ਉਹਨਾਂ ਨੂੰ ਸੈਂਟੀਮੈਂਟਸ ਦੇ ਨਾਲ ਸ਼ਾਇਦ ਕੁਝ ਲੈਣਾ ਦੇਣਾ ਨਹੀਂ ਹੈ। ਇਸ ਕਰਕੇ ਤਾਂ ਸ਼ਾਇਦ ਗਵਰਨਮੈਂਟ ਜਿਹੜੀ ਹੈ, ਸੈਂਟਰ ਗਵਰਨਮੈਂਟ ਹੈ, ਬੀਜੇਪੀ ਜਿਹੜੀ ਹੈ, ਉਹ ਅਜੇ ਤੱਕ ਜਿਹੜੀ ਹੈ ਗੱਲਾਂ ਤੇ ਅੜੀ ਹੋਈ ਹੈ। ਜੇ ਸੈਂਟੀਮੈਂਟਲ ਹੋ ਕੇ ਜਾਂ ਥੋੜਾ ਜਿਹਾ ਇੱਕ ਉਸੇ ਜਗ੍ਹਾ ਤੇ ਉੱਤੇ ਰੱਖ ਕੇ ਆਪਣੇ ਆਪ ਨੂੰ ਸੋਚਦੇ ਤਾਂ ਫਿਰ ਸ਼ਾਇਦ ਗੱਲਾਂ ਹੋਰ ਹੁੰਦੀਆਂ। ਫਿਲਹਾਲ ਇੱਥੇ ਰੁਕਦੇ ਹਾਂ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਕਰਾਂਗੇ ਹੋਰ ਮੁੱਦਿਆਂ ਦੇ ਉੱਤੇ ਗੱਲਾਂ ਬਾਤਾਂ। ਦੇਖਦੇ ਰਹੋ ਪੰਜਾਬ ਮੇਲ USA TV। Dr. Takkar's Medical Spa, Sacramento ਦੇ ਹੁਨਰਮੰਦ ਮੈਡੀਕਲ ਸਪਾ। ਇਹਨਾਂ ਦਾ ਮਿਹਨਤੀ ਸਟਾਫ ਤੁਹਾਨੂੰ ਬਣਾਉਂਦਾ ਹੈ ਖੂਬਸੂਰਤ ਤੇ ਸ਼ਾਨਦਾਰ। ਤੱਕਰ ਮੈਡੀਕਲ ਸਪਾ ਤੇ ਤੁਸੀਂ ਪ੍ਰਾਪਤ ਕਰ ਸਕਦੇ ਹੋ ਲੇਜ਼ਰ ਮੈਡੀਕਲ हेयर ਰਿਮੂਵਲ, wrinkle treatment, skin care, skin tightening, facial, volume loss, laser vein removal, dark spot removal। ਤੁਹਾਡੇ ਬਜਟ ਵਿੱਚ ਹੀ ਤੁਹਾਨੂੰ ਸ਼ਾਨਦਾਰ ਲਾਈਫਸਟਾਈਲ ਦੇਣ ਵਾਲੇ ਡਾਕਟਰ ਤੱਕਰ's ਮੈਡੀਕਲ ਸਪਾ, 8191 Timberlake Way, Suite 350, Sacramento, California 95823। Phone 9166889994। Phone 916-688-9994। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਮੁੱਦਾ। ਇੱਕ ਵਾਰ ਫਿਰ ਤੋਂ ਕਿਸਾਨੀ ਅੰਦੋਲਨ ਜਿਹੜਾ ਹੈ ਉਹਦੇ ਵਿੱਚ ਖਾਸ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ। ਮੋਦੀ ਸਾਹਿਬ ਦੀ ਮਾਂ ਨੂੰ ਜਿਹੜੀ ਹੈ ਚਿੱਠੀ ਲਿਖਦੀ ਕਿਸਾਨਾਂ ਨੇ। ਉਹਨਾਂ ਨੇ ਕਿਹਾ ਕਿ ਤੁਸੀਂ ਸਮਝਾ ਲਓ ਆਪਣੇ ਮੁੰਡੇ ਨੂੰ ਜੇ ਇਹ ਨਹੀਂ ਸਮਝ ਰਿਹਾ, ਔਰ ਰੀਪੀਲਡ ਜਿਹੜਾ ਹੈ ਉਹਨੂੰ ਕਰਨ ਦੇ ਲਈ ਇਹਨੂੰ ਕਹੋ ਕਿ ਸਮਝ ਜਾ, ਕਿਉਂਕਿ ਕਿਸਾਨ ਖੁਸ਼ ਨਹੀਂ ਹੈਗੇ। ਲਗਭਗ 100 ਸਾਲ ਉਮਰ ਹੈ ਮੋਦੀ ਜੀ ਦੀ ਮਾਤਾ ਦੀ। ਸੋ ਕਿਤੇ ਨਾ ਕਿਤੇ ਉਹਨਾਂ ਨੇ ਕਿਹਾ ਕਿ ਤੁਹਾਡਾ ਐਕਸਪੀਰੀਅੰਸ ਵੀ ਖਾਸਾ ਹੈ, ਤੁਸੀਂ ਕਿਸਾਨਾਂ ਦਾ ਦਰਦ ਸਮਝ ਸਕਦੇ ਹੋ, ਔਰ ਤੁਸੀਂ ਆਪ ਕਹੋ ਔਰ ਆਪਣੇ ਬੇਟੇ ਨੂੰ ਸਮਝਾ ਲਓ। ਜਦੋਂ ਬੱਚਾ ਵਿਗੜ ਜਾਂਦਾ ਨਾ, ਮੁਹੱਲੇ ਵਾਲੇ ਅਲਾਮਾ ਲੈ ਕੇ ਆਉਂਦੇ ਹੁੰਦੇ ਨੇ ਮਾਂ ਕੋਲ ਕਿ ਅੱਜ ਤੁਹਾਡੇ ਨਿਆਣੇ ਨੇ ਆਹ ਨਹੀਂ ਕੀਤਾ ਜਾਂ ਆਹ ਕਰਤਾ। ਔਰ ਸਕੂਲ 'ਚ ਵੀ ਜਦੋਂ ਕੋਈ ਬੱਚਾ ਤੁਹਾਡੀ ਗਲਤੀ ਕਰਦਾ ਤਾਂ ਪੇਰੈਂਟਸ ਦੇ ਕੋਲ ਸ਼ਿਕਾਇਤ ਜਾਂਦੀ ਹੈ, PTM ਹੁੰਦੀ ਹੈ। ਤੇ ਹੁਣ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣੀ ਆਪਣੇ ਜਿਹੜੇ ਨੇ ਲੋਕਤੰਤਰੀ ਰਵੱਈਏ ਦੀ ਜਗ੍ਹਾ ਤਾਨਾਸ਼ਾਹੀ ਰਵੱਈਆ ਵਰਤਣਾ ਸ਼ੁਰੂ ਕਰ ਦਿੱਤਾ ਹੈ, ਤਾਂ ਸਾਰਿਆਂ ਦੇ ਕੋਲ ਇਹੀ ਸਿੱਟਾ ਬਚਿਆ ਹੈ ਕਿਤੇ ਨਾ ਕਿਤੇ ਕਾਸ਼ ਇਹਨਾਂ ਦੀ ਮਦਰ ਨੂੰ ਕਿਹਾ ਜਾਵੇ ਤਾਂ ਜੋ ਉਹ ਸਾਡੇ ਜਿਹੜੇ ਹੱਲ ਹੈ ਕਰ ਸਕਣ। ਇਹਨਾਂ ਦੀ ਮਾਂ ਦੇ ਨਾਲ ਗੱਲ ਕੀਤੀ ਜਾਵੇ ਤਾਂ ਜੋ ਕੋਈ ਤਾਂ ਹੋਵੇ ਜੋ ਮੋਦੀ ਨੂੰ ਸਮਝਾ ਸਕੇ ਕਿ ਜਿਹੜੇ ਦੋ ਸਾਡੇ ਕਾਰਪੋਰੇਟ ਘਰਾਣੇ ਹਨ, ਅਡਾਨੀ ਅੰਬਾਨੀ, ਇਹਨਾਂ ਤੋਂ ਬਿਨਾਂ ਵੀ ਇਹ ਦੁਨੀਆ ਹੈ, ਇਹਨਾਂ ਤੋਂ ਬਿਨਾਂ ਵੀ ਇਸ ਦੇਸ਼ ਦੇ ਵਿੱਚ ਕਾਫੀ ਸਾਰੇ ਲੋਕ ਰਹਿੰਦੇ ਨੇ। ਕਦੇ ਕਦੇ ਮੈਨੂੰ ਇੱਦਾਂ ਲੱਗਦਾ ਹੈ ਕਿ ਜਿਹੜੀਆਂ ਵੋਟਾਂ ਜਿੱਤੀਆਂ ਜਾਂਦੀਆਂ ਇਹਨਾਂ ਦੇ ਸਿਰ ਤੇ ਤਾਂ ਨਹੀਂ ਜਿੱਤੀਆਂ ਜਾਂਦੀਆਂ। ਅਕਸਰ ਸੁਣਨ ਚ ਆਉਂਦਾ ਨਾ EVM ਦਾ ਘੁਟਾਲਾ ਹੋ ਗਿਆ, ਇਹ ਹੋ ਗਿਆ, ਉਹ ਹੋ ਗਿਆ। ਪਤਾ ਨਹੀਂ ਨਰਿੰਦਰ ਮੋਦੀ ਹੋਣਾ ਨੂੰ ਇਹਨਾਂ ਦੋਨਾਂ ਤੋਂ ਬਿਨਾਂ ਕਿਉਂ ਨਹੀਂ ਕੋਈ ਦਿਖਦਾ। ਹਰ ਦੇਸ਼ ਚਾਹੁੰਦਾ ਹੈ ਕਿ ਮਤਲਬ ਸਾਡਾ ਦੇਸ਼ ਤਰੱਕੀ ਕਰੇ, ਹਨਾ। ਚਲੋ ਵਧੀਆ ਵਧੀਆ ਜਿਹੜੀਆਂ ਮਸ਼ੀਨਸ ਨੇ ਉਹ ਆਉਣ ਤਾਂ ਜੋ ਕਿਸਾਨੀ ਦੇ ਵਿੱਚ ਫਾਇਦਾ ਹੋਵੇ, ਲੋਕਾਂ ਨੂੰ ਬੜੇ ਸਾਰੇ ਸੰਦ ਕੱਢੇ ਜਾਣ। ਪਰ ਇਸ ਤਰੀਕੇ ਦਾ ਵੀ ਫਾਇਦਾ ਨਹੀਂ ਕਰਨਾ ਕਿ ਜਿਹੜੇ ਲੋਕ ਨੇ ਉਹਨਾਂ ਦੀ ਰੋਜ਼ੀ ਰੋਟੀ ਖੋਹ ਲਿੱਤੀ ਜਾਏ, ਹੈ ਨਾ। ਹੁਣ ਕਿੰਨੇ ਜ਼ਿਆਦਾ ਜਿਹੜੇ ਮਜ਼ਦੂਰ ਨੇ ਉਹਨਾਂ ਦਾ ਕਿੰਨਾ ਨੁਕਸਾਨ ਹੋਏਗਾ ਇਹਨਾਂ ਬਿੱਲਾਂ ਦੇ ਨਾਲ, ਕਿੰਨੇ ਜ਼ਿਆਦਾ ਮਤਲਬ ਕਿ ਕਿੰਨੇ ਜ਼ਿਆਦਾ ਹੋਰ ਵੀ ਲੋਕ ਸਿੱਧੇ ਨਹੀਂ ਸਿੱਧੇ ਤੌਰ ਤੇ ਕੋਈ ਮੰਡੀਆਂ ਦੇ ਵਿੱਚ ਕੰਮ ਕਰਦਾ ਹੁੰਦਾ ਹੈ, ਕੋਈ ਪੱਲੇਦਾਰ ਕੰਮ ਕਰਦੇ ਨੇ ਹੁੰਦੇ ਨੇ, ਹੈ ਨਾ। ਕਿੰਨੇ ਤਰੀਕੇ ਦੇ ਲੋਕ ਜੁੜੇ ਹੋਏ ਹੁੰਦੇ ਨੇ। ਇਕੱਲਾ ਕਿਸਾਨ ਹੀ ਤਾਂ ਨਹੀਂ ਹੈ ਨਾ ਜਿਹੜਾ ਬੀਜਦਾ ਤਾਂ ਵੇਚ ਦਿੰਦਾ। ਰਾਜ ਦੇ ਵਿੱਚ ਵੀ ਕਿੰਨੇ ਜ਼ਿਆਦਾ ਸਟੈਪ ਆਉਂਦੇ ਨੇ। ਪਤਾ ਨਹੀਂ ਨਰਿੰਦਰ ਮੋਦੀ ਹੋਣਾ ਦੇ ਦਿਮਾਗ ਦੇ ਵਿੱਚ ਇਹ ਗੱਲਾਂ ਕਿੱਥੋਂ ਆਉਂਦੀਆਂ ਨੇ, ਕੌਣ ਭਰਦਾ ਹੈ ਤੇ ਕਿਉਂ ਭਰਦਾ ਹੈ। ਜਦੋਂ ਵੀ ਆਪਣੇ ਦੇਸ਼ ਦੀ ਗੱਲ ਆਉਂਦੀ ਹੈ, ਜਨਤਾ ਜਿਹੜੀ ਹੈ ਆਪਣਾ ਜਿਹੜਾ ਨੁਮਾਇੰਦਾ ਚੁਣਦੀ ਹੈ, ਆਪਣੇ ਹੱਕਾਂ ਦੇ ਲਈ ਚੁਣਦੀ ਹੈ। ਜਦੋਂ ਉਸ ਨੂੰ ਲੱਗਦਾ ਹੈ ਕਿ ਸਾਡੇ ਜਿਹੜੇ ਹੱਕ ਹੈ ਨਹੀਂ ਪੂਰੇ ਹੋ ਰਹੇ, ਇਹ ਕਿਤੇ ਨਾ ਕਿਤੇ ਜਿਹੜਾ ਦੇਸ਼ ਦਾ ਨੁਮਾਇੰਦਾ ਹੁੰਦਾ ਹੈ, ਸਾਡੇ ਦੇਸ਼ ਦਾ ਜਿਹੜਾ ਸ਼ਾਸਕ ਹੁੰਦਾ ਹੈ, ਉਸ ਨੂੰ ਇਹ ਗੱਲ ਇਸ ਤਰੀਕੇ ਦੇ ਨਾਲ ਹੀ ਲੈ ਲੈਣੀ ਚਾਹੀਦੀ ਹੈ ਕਿ ਮੈਂ ਜਿਨ੍ਹਾਂ ਦੇ ਲਈ ਬਣਿਆ ਹਾਂ, ਜਿਹੜੇ ਲੋਕਾਂ ਦੇ ਲਈ ਮੈਂ ਆਪਣੀ ਕੁਰਸੀ ਦੇ ਉੱਪਰ ਬੈਠਾ ਹਾਂ, ਜੇ ਉਹ ਲੋਕ ਹੀ ਮੇਰੇ ਇਹਨਾਂ ਕੰਮਾਂ ਦੇ ਨਾਲ ਨਹੀਂ ਖੁਸ਼ ਤੇ ਮੈਨੂੰ ਇਹ ਕੰਮ ਬੰਦ ਕਰ ਦੇਣੇ ਚਾਹੀਦੇ ਆ, ਕਿਉਂਕਿ ਮੈਂ ਉਹਨਾਂ ਦੇ ਲਈ ਬਣਿਆ।
ਮੈਂ ਲੋਕਾਂ ਦੇ ਲਈ ਬਣਿਆ, ਮੇਰੀ ਵਜ੍ਹਾ ਦੇ ਨਾਲ ਲੋਕਾਂ ਨੂੰ ਦੁੱਖ ਪਹੁੰਚ ਰਿਹਾ ਹੈ, ਮੈਨੂੰ ਇਹ ਹਰੇਕ ਚੀਜ਼ ਬੰਦ ਕਰ ਦੇਣੀ ਚਾਹੀਦੀ ਹੈ। ਫਿਰ ਤਾਂ ਉਹ ਤਾਨਾਸ਼ਾਹੀ ਰਾਜ ਹੋ ਗਿਆ, ਲੋਕਤੰਤਰ ਰਾਜ ਤਾਂ ਕਿਤੇ ਰਿਹਾ ਹੀ ਨਹੀਂ ਨਾ, ਜਦੋਂ ਤੁਸੀਂ ਲੋਕਾਂ ਦੇ ਨਾਲ ਧੱਕਾ ਕਰਕੇ ਉਹਨਾਂ ਤੋਂ ਜ਼ਬਰਦਸਤੀ ਆਪਣੀਆਂ ਚੀਜ਼ਾਂ ਮਨਵਾਉਂਦੇ ਹੋ, ਜ਼ਬਰਦਸਤੀ ਉਹਨਾਂ ਤੋਂ ਕੰਮ ਕਰਾਉਂਦੇ ਹੋ, ਜ਼ਬਰਦਸਤੀ ਕਹਿੰਦੇ ਹੋ ਜੀ ਕਾਨੂੰਨ ਦਿੱਤੇ ਆ ਤਾਂ ਲਓ ਹੀ ਲਓ, ਇਹਨਾਂ ਨੂੰ ਪਸੰਦ ਕਰੋ। ਬੇਸ਼ੱਕ ਉਹਨਾਂ ਦਾ ਕੋਈ ਫਾਇਦਾ ਨਹੀਂ ਲੋਕਾਂ ਨੂੰ ਨਜ਼ਰ ਆ ਰਿਹਾ। ਬਿਲਕੁਲ, ਤੁਸੀਂ ਜਦੋਂ ਗੱਲ ਕਰ ਰਹੇ ਹੋ ਕਿ ਜਿਹੜੇ ਕਾਨੂੰਨ ਨੇ ਉਹ ਫਾਇਦੇ ਤੋਂ ਬਿਨਾਂ ਨੇ, ਪਰ ਤੁਸੀਂ ਨਾਲ ਹੀ ਗੱਲ ਕੀਤੀ ਕਿ ਅੰਬਾਨੀ ਤੇ ਅਡਾਨੀ ਹੈ, ਇਹ ਪਿਕਚਰ ਬਹੁਤ ਵੱਡੀ ਹੈ। ਇਹ ਇਕੱਲੇ ਦੋ ਕਾਰਪੋਰੇਟ ਹੀ ਨਹੀਂ ਹੈਗੇ। ਜਿਵੇਂ ਤੁਸੀਂ ਦੁਨੀਆ ਦੇ ਇਤਿਹਾਸ ਦੀ ਗੱਲ ਕਰ ਲਓ, ਵਰਲਡ ਦੀ ਗੱਲ ਕਰ ਲਓ, ਤੇ ਜਿੱਥੇ ਵੀ ਸਰਕਾਰਾਂ ਬਣਦੀਆਂ ਨੇ ਕਾਰਪੋਰੇਟ ਦੀ ਹਿੰਮਤ ਦੇ ਨਾਲ ਬਣਦੀਆਂ। ਜਿੱਦਾਂ ਈਸਟ ਇੰਡੀਆ ਕੰਪਨੀ ਵੀ ਆਈ ਸੀ ਜੀ, ਨਹੀਂ, ਈਸਟ ਇੰਡੀਆ ਕੰਪਨੀ ਜਿਹੜੀ ਹੈ ਉਹ ਇੱਕ ਵੱਖਰੀ ਇਮੇਜ ਰੱਖਦੀ ਹੈ। ਈਸਟ ਇੰਡੀਆ ਕੰਪਨੀ ਦਾ ਚਲੋ ਇੱਕ ਤਰੀਕੇ ਨਾਲ ਸਿੱਧੇ ਤਰੀਕੇ ਨਾਲ ਸਾਡੇ ਤੇ ਰਾਜ ਹੋਣ ਡਿਆ ਸੀਗਾ। ਹੁਣ ਜ਼ਮਾਨਾ ਜਿਹੜਾ ਹੈ ਇੰਪੀਰੀਅਲਿਜ਼ਮ ਦਾ ਹੈ। ਅਸੀਂ ਦੇਖੋ ਕਿਤੇ ਨਾ ਕਿਤੇ ਟੈਕਨੋਲੋਜੀ ਦੇ ਲਈ ਇੰਨੇ ਆਦੀ ਹੋ ਗਏ ਆ ਕਿ ਸਾਡੇ ਜਿਹੜੇ ਸਾਰੇ ਸੀਕ੍ਰੇਟ ਨੇ ਉਹ ਸਿਲੀਕਨ ਵੈਲੀ 'ਚ ਪਏ ਨੇ, ਅਮਰੀਕਾ 'ਚ ਪਏ ਨੇ। ਸੋ ਅਸੀਂ ਇੰਪੀਰੀਅਲਿਜ਼ਮ ਦੇ ਥਰੂ ਜਿਹੜਾ ਹੈ ਕੈਦ ਹੋ ਰਹੇ ਹਾਂ। ਦੂਸਰੇ ਬੰਨੇ ਜੇ ਅਸੀਂ ਅਮਰੀਕਾ ਵਰਗੇ ਮੁਲਕ ਦੀ ਗੱਲ ਕਰਦੇ ਹਾਂ ਤੇ ਕਾਰਪੋਰੇਟ ਉੱਥੇ ਵੀ ਐਕਟਿਵ ਹੈ। ਹੁਣ ਟਰੰਪ ਵਰਗੇ ਦੀ ਸਰਕਾਰ ਜਿਹੜੀ ਹੈ ਉਹ ਕਾਰਪੋਰੇਟ ਤੋਂ ਬਿਨਾਂ ਨਹੀਂ ਬਣਦੀ, ਪਰ ਕਿਤੇ ਨਾ ਕਿਤੇ ਉਹਨਾਂ ਦਾ ਜਿਹੜਾ ਮੀਡੀਆ ਹੈ ਉਹ ਸੁਤੰਤਰ ਹੈ। ਬਾਰ-ਬਾਰ ਮੀਡੀਆ ਦੀ ਗੱਲ ਕਰਨੀ ਪੈਂਦੀ ਹੈ ਕਿਉਂਕਿ ਉਹਨੂੰ ਅਸੀਂ ਚੌਥਾ ਸਤੰਭ ਕਹਿੰਦੇ ਹਾਂ, ਡੈਮੋਕ੍ਰੇਸੀ ਦਾ 4th ਪਿਲਰ ਹੈ ਉਹ। ਇੱਥੇ ਜਿਹੜੀ ਗੱਲ ਹੋਈ ਹੈ ਕਿ ਸਾਡੇ ਇੱਥੇ ਜਿਹੜਾ ਹੈ ਕੈਪਚਰ ਕਰ ਲਿਆ ਗਿਆ ਮੀਡੀਆ। ਕੱਲ ਮੈਂ ਇੱਕ ਬੜੀ ਵੱਡੀ ਜਿਹੜੀ ਗੱਲ ਸੀਗੀ ਉਹ ਨੋਟ ਕਰ ਰਿਹਾ ਸੀਗਾ ਕਿ ਬਹੁਤ ਸਾਰੇ ਸਾਡੇ ਲੋਕਾਂ ਨੇ ਜਿਹੜਾ ਹੈ ਸੋਸ਼ਲ ਮੀਡੀਆ ਤੇ ਇੱਕ ਟਰੈਕਟਰ ਦੀ ਫੋਟੋ ਪਾਈ ਹੈ। ਉਹ ਟਰੈਕਟਰ ਜਿਹੜਾ ਹੈ ਸ਼ਿੰਗਾਰਿਆ ਹੋਇਆ ਟਰੈਕਟਰ ਹੈ, ਉਹ ਕਿਤੇ ਨਾ ਕਿਤੇ ਇੱਦਾਂ ਲੱਗ ਰਿਹਾ ਹੈ ਕਿ ਲਾਟੀਆਂ ਵਾਲਾ ਟਰੈਕਟਰ ਹੈ। ਔਰ ਉਹਨਾਂ ਨੇ ਜਿਹੜਾ ਜੀ ਵਾਲਿਆਂ ਨੇ ਜਿਹੜਾ ਹੈ ਜੀ ਨਿਊਜ਼ ਵਾਲਿਆਂ ਨੇ ਕਿਹਾ ਜੀ ਇਹ ਉਹ ਟਰੈਕਟਰ ਹੈ। ਉਹ ਬਾਅਦ ਵਿੱਚ ਪਤਾ ਲੱਗਾ ਜੀ ਉਹ ਤਾਂ ਕ੍ਰਿਸਮਸ, ਕਿਸੇ ਵੱਡੇ ਮੁਲਕ ਦੇ ਕ੍ਰਿਸਮਸ ਲਈ ਤਿਆਰ ਕੀਤੀ ਹੋਈ ਗੱਡੀ ਸੀਗੀ। ਇਹ ਉਹਨੂੰ ਵੀ ਕਹਿੰਦੇ ਸੀ ਜੀ ਆਹ ਦੇਖੋ ਇੱਦਾਂ ਦੀਆਂ ਚੀਜ਼ਾਂ ਤਿਆਰ ਕੀਤੀਆਂ ਹੋਈਆਂ ਨੇ। ਸੋ ਤੁਸੀਂ ਜਿਹੜੀ ਹੈ ਉਹ ਕਿਵੇਂ ਉਨ 'ਤੇ ਯਕੀਨ ਕਰ ਲਓਗੇ ਜਿਹੜੇ ਪਤਾ ਨਹੀਂ ਕਿੱਥੋਂ ਦੇ ਮੁਲਕ ਦੀਆਂ ਖਬਰਾਂ ਚੱਕ ਕੇ ਕਿੱਥੇ ਦੀਆਂ ਬਣਾ ਰਹੇ ਨੇ ਔਰ ਕੋਈ ਉਹਨਾਂ ਦਾ ਸਿਰ ਪੈਰ ਨਹੀਂ। ਜਤਿੰਦਰ, ਮੈਨੂੰ ਨਾ ਕਦੇ-ਕਦੇ ਸਮਝ ਨਹੀਂ ਆਉਂਦੀ ਕਿ ਇਹ ਲੋਕ ਕਿਹੜੀ ਦੁਨੀਆ 'ਚ ਰਹਿੰਦੇ ਆ। ਇਹਨਾਂ ਨੇ ਤਾਂ ਇਹ ਵੀ ਖਬਰ ਦਿੱਤੀ ਸੀ ਗੋਦੀ ਮੀਡੀਆ ਨੇ ਕਿ ਵੱਡੇ ਟਾਇਰ ਪਵਾ ਲਏ ਗਏ ਆ ਗੱਡੀਆਂ ਨੂੰ, ਵੱਡੇ ਟਾਇਰ ਪਵਾ ਲਏ ਗਏ ਆ ਟਰੈਕਟਰਾਂ ਨੂੰ। ਦੇਖੋ ਵੱਡੇ ਟਾਇਰ ਡਾਲ ਦੀਏ, ਦੇਖੋ ਆਹ ਹੋ ਗਿਆ, ਦੇਖੋ ਉਹ ਹੋ ਗਿਆ। ਅਸੀਂ ਆਮ ਗੱਲ ਹੈ ਸਾਡੇ ਪੰਜਾਬੀਆਂ ਦੇ ਲਈ ਤਾਂ ਵੱਡੇ ਟਾਇਰਾਂ ਵਾਲੇ ਟਰੈਕਟਰ, ਵੱਡੇ ਟਾਇਰਾਂ ਵਾਲੀਆਂ ਗੱਡੀਆਂ, ਹਨਾ, ਇਹ ਜਿਹੜੀਆਂ ਚੀਜ਼ਾਂ ਗੱਲਾਂ ਕਰਦੇ ਨੇ ਕਦੇ-ਕਦੇ ਦੇਖ ਸੁਣ ਕੇ ਇੱਦਾਂ ਲੱਗਦਾ ਹੈ ਕਿ ਇਹਨਾਂ ਨੇ ਕਦੀ ਕੁਛ ਦੇਖਿਆ ਨਹੀਂ, ਜਾਂ ਇਹ ਜਾਣ ਕੇ ਅਣਜਾਣ ਬਣੇ ਹੋਏ ਹੈ, ਜਾਂ ਇਹਨਾਂ ਨੂੰ ਦਿਖਾ ਦਿੱਤਾ ਜਾਏ ਕਿ ਸੱਚੀ 'ਚ ਵੀ ਇਹ ਚੀਜ਼ਾਂ ਹੁੰਦੀਆਂ ਹੈ। ਸਾਡੇ ਪੰਜਾਬੀਆਂ ਦੀ ਜਿਹੜੀ ਜ਼ਿੰਦਗੀ ਹੈ, ਇਹਨਾਂ ਨੇ ਐਵੇਂ ਹੀ ਨਹੀਂ ਕਮਾਇਆ ਇਹ ਸਾਰਾ ਕੁਛ। ਜੇ ਅੱਜ ਪੰਜਾਬੀਆਂ ਨੇ ਇਸ ਮੁਕਾਮ ਨੂੰ ਹਾਸਲ ਕੀਤਾ ਹੈ ਤਾਂ ਹਰੇਕ ਘਰ 'ਚੋਂ ਕੋਈ ਨਾ ਕੋਈ ਬੰਦਾ ਵਿਦੇਸ਼ਾਂ ਦੇ ਵਿੱਚ ਗਿਆ, ਉੱਥੇ ਉਹਨਾਂ ਨੇ 12-12, 14-14, 18-18 ਘੰਟੇ ਕੰਮ ਕਰਕੇ ਡਾਲਰ ਪੌਂਡ ਕਮਾਏ ਹੈ, ਤਾਂ ਜਾ ਕੇ ਅੱਜ ਇਹ ਦਿਨ ਦੇਖਿਆ ਉਹਨਾਂ ਨੇ। ਐਵੇਂ ਮੂੰਹ ਚੱਕ ਕੇ 2 ਨੰਬਰ ਦਾ ਪੈਸਾ ਨਹੀਂ ਕਮਾ ਲਿਆ ਪੰਜਾਬੀਆਂ ਨੇ, ਬਹੁਤ ਜ਼ਿਆਦਾ ਮਿਹਨਤ ਘਾਲਣਾ ਤੋਂ ਬਾਅਦ ਜਿਹੜੇ ਹੈ ਆਹ ਦਿਨ ਦੇਖੇ ਗਏ ਹੈ। ਇਹਦੇ ਨਾਲੇ ਜਦੋਂ ਇਹ ਤਾਂ ਚਲੋ ਅੰਦੋਲਨ ਹੋਣ ਸ਼ੁਰੂ ਹੋਇਆ ਕੁਝ ਮਹੀਨੇ ਪਹਿਲਾਂ, ਆਪਾਂ ਤੁਸੀਂ ਵੀ ਨਿੱਕੇ ਹੁੰਦਿਆਂ ਨੇ ਕਿਤਾਬਾਂ 'ਚ ਪੜ੍ਹਿਆ ਹੋਊਗਾ, ਮੈਂ ਵੀ ਪੜ੍ਹਿਆ ਹੋਇਆ ਹੈ ਕਿ ਜਿਹੜੇ ਪੰਜਾਬੀ ਹੈ ਸ਼ੁਰੂ ਤੋਂ ਖੁੱਲੇ ਸੁਭਾਅ ਦੇ ਮੰਨੇ ਗਏ ਹੈ, ਹਨਾ। ਸ਼ੁਰੂ ਤੋਂ ਉਹਨਾਂ ਦੀ ਨੇਚਰ ਇਦਾਂ ਦੀ ਹੈ, ਬਣ ਠਣ ਕੇ ਰਹਿਣਾ। ਹੁਣ ਉੱਥੇ ਬਾਰਡਰ ਦੇ ਉੱਤੇ ਜਿਹੜੇ ਬਾਬੇ ਨੇ ਉਹਨਾਂ ਦੇ ਲਈ ਕੱਪੜੇ ਪ੍ਰੈਸ ਹੁੰਦੇ ਨੇ ਤੇ ਫਿਰ ਉਹਨਾਂ ਨੂੰ ਉਹ ਕੱਪੜੇ ਪਵਾਏ ਜਾਂਦੇ ਨੇ, ਰੋਜ਼ ਉਹਨਾਂ ਦੇ ਕੱਪੜੇ ਧੋਤੇ ਵੀ ਜਾਂਦੇ ਨੇ। ਨੌਜਵਾਨ ਜਿਹੜਾ ਵਰਗ ਹੈ ਉੱਥੇ ਸੇਵਾ ਕਰਦਾ, ਉਹਦੀ ਇਹ ਵੀ ਖਬਰ ਬਣ ਗਈ, ਦੇਖੋ ਇਹ ਤਾਂ ਕੱਪੜੇ ਪ੍ਰੈਸ ਕੀਤੇ ਹੋਏ ਪਹਿਨਤੇ ਹੈ। ਮਤਲਬ ਜੋ ਕਿਸਾਨ ਨੇ ਤੇ ਉਹ ਪ੍ਰੈਸ ਕੀਤੇ ਹੋਏ ਕੱਪੜੇ ਨਹੀਂ ਪਾਉਣਗੇ। ਔਰ ਉਹ ਬਜ਼ੁਰਗ ਜੀ ਨੂੰ ਇੰਟਰਵਿਊ ਦੇ ਵਿੱਚ ਜਦੋਂ ਪੁੱਛਿਆ ਜਾਂਦਾ ਹੈ ਕਿ ਤੁਸੀਂ ਬੜਾ ਬਣ ਠਣ ਰਹੇ ਹੋ, ਉਹ ਕਹਿੰਦੇ ਤਾਂ ਸਾਡੀ ਪੰਜਾਬੀਆਂ ਦੀ ਫਿਤਰਤ ਹੈ, ਸ਼ੁਰੂ ਤੋਂ ਹੀ ਅਸੀਂ ਤਾਂ ਪਾਉਂਦੇ ਵੀ ਵਧੀਆ ਹਾਂ, ਖਾਂਦੇ ਵੀ ਵਧੀਆ ਹਾਂ, ਰਹਿੰਦੇ ਵੀ ਵਧੀਆ ਹਾਂ। ਇਹ ਸਾਡੇ ਲਈ ਆਮ ਗੱਲਾਂ ਹਨ, ਪਰ ਤੁਹਾਡੇ ਲੋਕਾਂ ਲਈ ਇਹ ਪਤਾ ਨਹੀਂ ਏਡੀ ਵੱਡੀ ਗੱਲ ਕਿਉਂ ਹੈ ਕਿ ਤੁਸੀਂ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਦਾ ਐਡਾ ਵੱਡਾ ਹਵਾ ਬਣਾਉਂਦੇ ਹੋ। ਕੱਲ੍ਹ ਨੂੰ ਤਾਂ ਇਹ ਵੀ ਕਹਿਣਗੇ ਕਿ ਇਹ ਰੋਟੀ ਕਿੱਦਾਂ ਖਾਂਦੇ ਆ, ਇਹਨਾਂ ਕੋਲ 2 ਸਬਜ਼ੀਆਂ ਕਿੱਦਾਂ ਆ ਗਈਆਂ, ਹੋ ਇਹਨਾਂ ਕੋਲ ਤਾਂ ਅਚਾਰ ਵੀ ਹੈ। ਸ਼ਾਇਦ ਉਹ ਗੱਲ ਉੱਥੇ ਮੁੱਕਦੀ ਹੈ, ਜਾਂ ਤਾਂ ਉਹਨਾਂ ਲੋਕਾਂ ਨੇ ਇਹ ਚੀਜ਼ਾਂ ਨਹੀਂ ਦੇਖੀਆਂ ਹੋਈਆਂ, ਜਾਂ ਉਹ ਜਾਣ ਕੇ ਅਣਜਾਣ ਬਣੇ ਹੋਏ ਨੇ, ਜਾਂ ਉਹਨਾਂ ਨੂੰ ਇਹ ਸਭ ਕੁਝ ਦਿਖਾ ਦਿੱਤਾ ਜਾਵੇ ਕਿ ਪੰਜਾਬੀਆਂ ਦਾ ਇਹੀ ਢੰਗ ਤਰੀਕਾ ਹੈ ਰਹਿਣ ਦਾ। ਵਾਕਈ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸ਼ਾਇਦ ਮੀਡੀਆ ਜਿਹੜਾ ਹੈ ਉਹ ਮਿਸਗਾਈਡ ਕਰ ਰਿਹਾ ਹੈ, ਸਪੈਸ਼ਲੀ ਗੋਦੀ ਮੀਡੀਆ ਜਿਹਨੂੰ ਅਸੀਂ ਨੈਸ਼ਨਲ ਮੀਡੀਆ ਕਹਿੰਦੇ ਆ, ਉਹ ਕਿਤੇ ਨਾ ਕਿਤੇ ਪ੍ਰੋ ਗਵਰਨਮੈਂਟ ਹੋ ਰਿਹਾ। ਔਰ ਕਿਤੇ ਨਾ ਕਿਤੇ ਮੀਮਸ ਵੀ ਅਸੀਂ ਦੇਖੇ ਸੀ ਬਣਦੇ ਹੋਏ, ਮੀਮਸ ਇਹ ਸੀਗੇ ਵੀ ਅੱਜ ਮੁਰਗਾ ਬਣਾ ਰਹੇ ਨੇ ਕਿਸਾਨ। ਸੋ ਇਹ ਗੱਲਾਂ ਤੋਂ ਉੱਪਰ ਉੱਠ ਕੇ ਸ਼ਾਇਦ ਇੱਕ ਜਦੋਂ ਫਿਰ ਵਿਲ ਦੀ ਗੱਲ ਕਰੀਏ ਕਿ ਲੋਕਤੰਤਰ ਦੀ ਗੱਲ ਕਰਾਂਗੇ, ਲੋਕਾਂ ਦੇ ਹਿੱਤ ਦੀ ਗੱਲ ਕਰੇਗਾ ਤੇ ਫਿਰ ਲੋਕਤੰਤਰ ਬਚਿਆ ਰਹੂਗਾ। ਜਦੋਂ ਕਹਿੰਦੇ ਚੋਰ ਤੇ ਕੁੱਤੀ ਦੋਹੇ ਰਲ ਜਾਣ ਤੇ ਫਿਰ ਜਿਹੜੀ ਹੈ ਤੁਹਾਡੇ ਘਰਾਂ 'ਚ ਚੋਰੀਆਂ ਹੋਣੀਆਂ ਹੀ ਹੋਣੀਆਂ। ਸੋ ਇਹ ਜਿਹੜਾ ਮੀਡੀਆ ਤੇ ਜਿਹੜਾ ਲੋਕਾਂ ਦੇ ਨਾਲ ਜਾਂ ਸਰਕਾਰ ਦੇ ਨਾਲ ਜਿਹੜਾ ਹੈ ਇੱਕ ਹੁੰਦਾ ਹੈ ਕਿ ਉਹਦੇ ਉੱਤੇ ਚੈੱਕ ਰੱਖਣਾ। ਹੁਣ ਚੈੱਕ ਰੱਖਣ ਵਾਲਾ ਬੰਦਾ ਹੀ ਜਿਹੜਾ ਹੈ ਸਰਕਾਰ ਨਾਲ ਮਿਲਿਆ ਹੋਇਆ ਤੇ ਫਿਰ ਗੱਲ ਕਿਹੜੀ? ਮੈਂ ਤਾਂ ਉਹਨਾਂ ਨੂੰ ਮੀਡੀਆ ਹੀ ਨਹੀਂ ਸਮਝਦੀ। ਮੀਡੀਆ ਹੁੰਦਾ ਹੈ ਕਿ ਆਰਾਮ ਨਾਲ ਗੱਲ ਕਰੇ, ਤੁਸੀਂ ਸੱਚਾਈ ਲੋਕਾਂ ਤੱਕ ਪਹੁੰਚਾਓ, ਤੁਸੀਂ ਤਸੱਲੀ ਦੇ ਨਾਲ ਗੱਲ ਕਰੋ ਤਾਂ ਜੋ ਸਾਹਮਣੇ ਵਾਲੇ ਨੂੰ ਗੱਲ ਸਮਝ ਆਵੇ। ਮੀਡੀਆ ਜਿੱਦਾਂ ਕਿ ਆਪਾਂ ਕੁਝ ਚੈਨਲਸ ਦੇਖਦੇ ਹਾਂ, ਬੜੀ ਸਹਿਜਤਾ ਦੇ ਨਾਲ ਖਬਰਾਂ ਦਿੰਦੇ ਨੇ, ਬੜੇ ਆਰਾਮ ਦੇ ਨਾਲ ਖਬਰਾਂ ਦਿੰਦੇ ਨੇ, ਸੁਣਨ ਵਾਲੇ ਨੂੰ ਲੱਗਦਾ ਹੈ ਕਿ ਉਹ ਖਬਰਾਂ ਸੁਣ ਰਹੇ ਆ।
ਇਹ ਕੀ ਕਰਦੇ ਨੇ, ਖਬਰਾਂ ਦਾ ਪੋਸਟਮਾਰਟਮ ਕਰਦੇ ਨੇ। ਕਦੇ ਕਦੇ ਇਦਾਂ ਲੱਗਦਾ ਹੈ ਕਿ ਖਬਰਾਂ ਦੇਣ ਵਾਲਾ ਜਿਹੜਾ ਗੋਦੀ ਮੀਡੀਆ ਦੇ ਕਾਫੀ ਚੈਨਲ ਇਦਾਂ ਦੇ ਤੁਸੀਂ ਵੀ ਦੇਖੇ ਹੋਣਗੇ ਕਿ ਖਬਰਾਂ ਦੇਣ ਵਾਲਾ ਜਿਹੜਾ ਮਿਸਟਰ ਹੈ ਜਾਂ ਮਿਸ ਹੈ ਟੀਵੀ ਚੋਂ ਬਾਹਰ ਹੀ ਨਾ ਛਾਲ ਮਾਰ ਦੇਵੇ, ਬਾਹਾਂ ਮਾਰ ਮਾਰ ਕੇ ਲੜਦੇ ਨੇ, ਹੱਥ ਜ਼ੋਰ ਜ਼ੋਰ ਤੇ ਟੇਬਲ ਤੇ ਮਾਰ ਮਾਰ ਕੇ ਲੜਦੇ ਨੇ। ਤੁਸੀਂ ਕਦੇ ਗੈਸਟ ਦੇ ਨਾਲ ਗੱਲਾਂ ਕਰਦੇ ਹੋਏ ਦੇਖਿਓ ਉਹਨਾਂ ਨੂੰ, ਗੈਸਟ ਨੂੰ ਸਮਝਦੇ ਨਹੀਂ, ਸੁਣਦੇ ਨਹੀਂ, ਆਪਣੀਆਂ ਚੀਕਾਂ ਮਾਰੀ ਜਾਂਦੇ, 6 ਗੈਸਟ ਇਕੱਠੇ ਰੌਲਾ ਪਾਈ ਜਾਂਦੇ, ਡਿਬੇਟ ਸਮਝ ਨਹੀਂ ਆਉਂਦੀ ਕਿਸੇ ਨੂੰ, ਦੇਖਣ ਨੂੰ ਦਿਲ ਨਹੀਂ ਕਰਦਾ, ਬੰਦਾ ਐਂ ਹੀ ਚੈਨਲ ਬੰਦ ਕਰ ਦਿੰਦਾ। ਤੁਸੀਂ ਜਦੋਂ ਵੀ ਕਿਸੇ ਵਿਸ਼ੇ ਨੂੰ ਲੈਂਦੇ ਹੋ, ਗੋਦੀ ਮੀਡੀਆ ਵਾਲੇ ਜਾਂ ਹੋਰ ਜਿਹੜੇ ਰੌਲਾ ਰੱਪਾ ਪਾਉਂਦੇ ਨੇ ਚੈਨਲ, ਜਦੋਂ ਤੁਸੀਂ ਵੀ ਕਿਸੇ ਵਿਸ਼ੇ ਨੂੰ ਲੈਂਦੇ ਹੋ ਉਦੋਂ ਪਹਿਲਾਂ ਉਹਦੀ ਤਹਿ ਤੱਕ ਪਹੁੰਚੋ ਕਿ ਸੱਚਾਈ ਕੀ ਹੈ, ਤੁਸੀਂ ਵਿਕੋ ਨਾ, ਤਾਂ ਜੋ ਤੁਹਾਡੇ ਤੇ ਮੀਡੀਆ ਇੱਕ ਬਹੁਤ, ਮੈਂ ਕਹਿੰਦੀ, ਮਾਣ ਤੇ ਸਨਮਾਨ ਵਾਲੀ ਗੱਲ ਹੁੰਦੀ ਸੀ ਕਿਸੇ ਟਾਈਮ ਦੇ ਵਿੱਚ। ਜਿਹਦੇ ਕੋਲ ਮੀਡੀਆ ਦਾ ਕਾਰਡ ਹੁੰਦਾ ਸੀ ਉਹਨੂੰ ਬਹੁਤ ਰਿਸਪੈਕਟ ਦਿੱਤੀ ਜਾਂਦੀ ਸੀ। ਹੁਣ ਕੁਝ ਅਜਿਹੇ ਚੈਨਲਾਂ ਨੇ ਇਦਾਂ ਕਰ ਦਿੱਤਾ ਕਿ ਬੰਦਾ ਡਰਨ ਲੱਗ ਗਿਆ ਕਿ ਝੂਠੀ ਖਬਰ ਹੀ ਨਾ ਦੇ ਦੇਣ, ਕਿਤੇ ਆਪਣੇ ਕੋਲੋਂ ਇਹਨਾਂ ਗੱਲਾਂ ਲਗਾ ਲੈਣ, ਹੈ ਨਾ। ਜਦੋਂ ਸੱਚਾਈ ਤੇ ਖਬਰ ਆਉਂਦੀ ਹੈ ਉਸ ਦੀ ਜਾਂਚ ਪੜਤਾਲ ਕੀਤੀ ਜਾਵੇ, ਫਿਰ ਟੀਵੀ ਤੇ ਦਿਖਾਇਆ ਜਾਵੇ। ਜਦੋਂ ਤੁਸੀਂ ਬਹਿਸ ਕਰ ਰਹੇ ਹੋ ਕਿਸੇ ਮੁੱਦੇ ਨੂੰ ਲੈ ਕੇ, ਸਾਰੇ ਗੈਸਟ ਜਿੰਨੇ ਵੀ ਤੁਸੀਂ ਬੁਲਾਏ ਆ ਉਹਨਾਂ ਨੂੰ ਇੱਕ ਇੱਕ ਕਰਕੇ ਸੁਣੋ। ਜੇ ਤੁਹਾਨੂੰ ਲੱਗਦਾ ਹੈ ਕਿ ਉਸਦੇ ਵਿਚਾਰ ਸਹੀ ਨਹੀਂ, ਉਸਨੂੰ ਬੜੇ ਆਰਾਮ ਦੇ ਨਾਲ ਵੀ ਨੈਗੇਟਿਵ ਸਵਾਲ ਪੁੱਛਿਆ ਜਾ ਸਕਦਾ ਹੈ। ਬਾਹਾਂ ਮਾਰ ਮਾਰ ਕੇ ਪੁੱਛਣਾ, ਨਹੀਂ ਨਹੀਂ ਮੇਰੀ ਬਾਤ का जवाब दीजिए, नहीं नहीं ये हो ही नहीं सकता, ਉਹ ਸਮਝ ਨਹੀਂ ਆਉਂਦੀ ਕਿਸੇ ਨੂੰ। ਔਰ ਇਸ ਰੌਲੇ ਰੱਪੇ 'ਚ ਕਿਤੇ ਨਾ ਕਿਤੇ ਲੋਕਤੰਤਰ ਨੂੰ ਖਾਈ ਜਾ ਰਿਹਾ, ਕਿਉਂਕਿ ਝੂਠੀਆਂ ਖਬਰਾਂ ਦਿਖਾਈ ਜਾ ਰਹੀਆਂ। ਵਾਕਈ ਜਦੋਂ ਲੋਕਤੰਤਰ ਦੀ ਗੱਲ ਹੁੰਦੀ ਹੈ ਤੇ ਲੋਕਾਂ ਦਾ ਲੋਕਤੰਤਰ ਹੈ, ਲੋਕਾਂ ਦੁਆਰਾ ਸਰਕਾਰਾਂ ਚੁਣੀਆਂ ਜਾਂਦੀਆਂ ਤੇ ਲੋਕਾਂ ਦੇ ਲਈ ਚੁਣੀਆਂ ਜਾਂਦੀਆਂ ਨੇ। ਪਰ ਫਿਰ ਜਦੋਂ ਅਸੀਂ ਗੱਲ ਕਰਦੇ ਹਾਂ ਮੀਡੀਆ ਦੀ, ਤੇ ਚੌਥਾ ਸਤੰਭ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਜਿਹੜਾ ਹੈ, ਜਾਂ ਕਹਿ ਲਓ ਭਾਰਤ ਦੇ ਵਿੱਚ ਜਿਹੜਾ ਹੈ, ਉਹ ਕਿਤੇ ਨਾ ਕਿਤੇ ਆਪਣਾ ਸਤਰ ਜਿਹੜਾ ਹੈ, ਆਪਣਾ ਮਾਣ ਜਿਹੜਾ ਹੈ, ਉਹ ਹਮੇਸ਼ਾ ਨੀਵਾਂ ਕਰੀ ਜਾ ਰਿਹਾ ਹੈ। ਸਾਨੂੰ ਸਾਰਿਆਂ ਨੂੰ ਕਿਸਾਨੀ ਸੰਘਰਸ਼ ਨੇ ਇਹ ਤਾਂ ਸਿਖਾ ਦਿੱਤਾ ਕਿ ਨੈਸ਼ਨਲ ਮੀਡੀਆ ਜਿਹੜਾ ਹੈ ਉਹ ਪ੍ਰੋ ਮੀਡੀਆ ਹੈ, ਸਾਹਮਣੇ ਲਾ ਕੇ ਰੱਖ ਦਿੱਤਾ। ਪਰ ਅਜੇ ਵੀ ਅਸੀਂ ਆਪ ਆਈਟੀ ਸੈੱਲ ਬਣ ਸਕਦੇ ਹਾਂ ਕਿਸਾਨਾਂ ਦਾ। ਜਿੱਥੇ ਵੀ ਹੈਗੇ ਹੋ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਨਾਲ ਤੁਸੀਂ ਆਵਾਜ਼ ਬੁਲੰਦ ਕਰ ਸਕਦੇ ਹੋ। ਕਿਸਾਨਾਂ ਦਾ ਆਈਟੀ ਸੈੱਲ ਬਣੋ, ਆਵਾਜ਼ ਬੁਲੰਦ ਕਰੋ, ਔਰ ਇਹ ਹੱਕ ਸੱਚ ਦੀ ਲੜਾਈ ਨੂੰ ਜਿਹੜਾ ਹੈ ਜਿੱਤਣ ਦੇ ਵਿੱਚ ਸਭ ਦੀ ਮਦਦ ਕਰੋ। ਦੇਖਦੇ ਰਹੋ ਪੰਜਾਬ ਮੇਲ USA TV। ਧੰਨਵਾਦ।